ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਜਤਿੰਦਰ ਸਿੰਘ ਰੰਧਾਵਾ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV ਚੈਨਲ। ਮੁਲਾਕਾਤ ਪ੍ਰੋਗਰਾਮ ਵਿੱਚ ਅਸੀਂ ਇੱਕ ਅਜਿਹੀ ਸ਼ਖਸੀਅਤ ਨੂੰ ਲੈ ਕੇ ਆਏ ਹਾਂ ਜਿਨ੍ਹਾਂ ਨੇ ਕਹਿ ਲਓ ਕਿ ਫਰਸ਼ ਤੋਂ ਅਰਸ਼ ਤੱਕ ਆਪਣੀ ਕਾਮਯਾਬੀ ਹਾਸਲ ਕੀਤੀ ਹੈ। ਮੇਰੀ ਮੁਰਾਦ ਆ ਡਾਕਟਰ ਰਾਜ ਕੁਮਾਰ ਚੱਬੇਵਾਲ, ਜਿਹੜੇ ਕਿ ਅਸੈਂਬਲੀ ਮੈਂਬਰ ਆ, ਪੰਜਾਬ ਦੇ MLA ਆ ਤੇ ਵਿਰੋਧੀ ਪਾਰਟੀ ਦੇ ਡਿਪਟੀ ਲੀਡਰ ਆ। ਸਾਡੇ ਸਟੂਡੀਓ ਵਿੱਚ ਉਹ ਹਾਜ਼ਰ ਆ। ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਵੈਰੀ ਮਚ। ਰਾਜ ਕੁਮਾਰ ਜੀ, ਪਹਿਲਾਂ ਤਾਂ ਆਪਾਂ ਇਹ ਜਾਣਨਾ ਚਾਹਾਂਗੇ ਕਿ ਤੁਸੀਂ ਅਮਰੀਕਾ ਦੇ ਦੌਰੇ ਤੇ ਹੋ, ਕੈਲੀਫੋਰਨੀਆ 'ਚ ਅੱਜ ਸਾਡੇ ਪੰਜਾਬ ਮੇਲ ਸਟੂਡੀਓ 'ਚ ਆਏ ਹੋ ਜੀ। ਕੀ ਸਬਬ ਬਣਿਆ ਜੀ ਇੱਥੇ ਆਉਣ ਦਾ? ਰੰਧਾਵਾ ਸਾਹਿਬ, ਮੈਂ ਵੈਸੇ ਤਾਂ ਆਪਣੇ ਦੋਸਤਾਂ ਨੂੰ ਮਿਲਣ ਲਈ ਆਪਣੀ ਪਰਸਨਲ ਵਿਜ਼ਿਟ ਤੇ ਆਇਆ ਹੋਇਆ ਸੀ ਜੀ ਜੀ, ਪਰ ਇੱਥੇ ਆਉਣ ਤੋਂ ਬਾਅਦ ਤੁਹਾਡੇ ਨਾਲ ਮਿਲਣ ਦਾ ਮੌਕਾ ਮਿਲਿਆ ਜੀ। ਇਹ ਬੜਾ ਅੱਛਾ ਲੱਗਾ। ਮੈਂ ਬਹੁਤ ਧੰਨਵਾਦੀ ਹਾਂ ਔਰ ਤੁਹਾਡੇ ਸਰੋਤਿਆਂ ਨੂੰ, ਮੈਂ ਸਾਰਿਆਂ ਨੂੰ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਉਹਨਾਂ ਨੂੰ ਵੀ ਮੈਂ ਸਤਿ ਸ੍ਰੀ ਅਕਾਲ ਆਖਦਾ, ਕਿਉਂਕਿ ਤੁਹਾਡਾ ਮਾਧਿਅਮ, ਤੁਹਾਡਾ ਇਹ ਚੈਨਲ ਜਿਹੜਾ ਜੀ ਬਹੁਤ ਅੱਛੀਆਂ ਸੇਵਾਵਾਂ ਜਿਹੜੀਆਂ ਇੱਕ ਕੰਸਟਰਕਟਿਵ ਮੀਡੀਆ ਦੇ ਤੌਰ ਤੇ ਅੱਜ ਇਹ ਰੋਲ ਪਲੇ ਕਰ ਰਿਹਾ ਜਿਸ ਤੋਂ ਕਿ ਲੋਕਾਂ ਨੂੰ ਬਹੁਤ ਆਸਾਂ ਨੇ ਔਰ ਉਹਨਾਂ ਆਸਾਂ ਤੇ ਕਾਫੀ ਹੱਦ ਤੱਕ ਇਹ ਸਾਡਾ ਜਿਹੜਾ ਤੁਹਾਡਾ ਮੀਡੀਆ ਪੰਜਾਬ ਮੇਲ ਕਾਫੀ ਅੱਛਾ ਉਤਰਿਆ। ਥੈਂਕ ਯੂ ਜੀ, ਸੋ ਨਾਈਸ। ਤਾਰੀਫ ਕਰਨ ਲਈ। ਤੇ ਸਾਡੀ ਕੋਸ਼ਿਸ਼ ਹੁੰਦੀ ਆ ਕਿ ਅਸੀਂ ਜੋ ਵੀ ਇੱਥੇ, ਕਿਉਂਕਿ ਸਾਡੀ ਆਪਣੀ ਕੋਈ ਪੋਲੀਟੀਕਲ ਪਾਰਟੀ ਨਹੀਂ ਹੁੰਦੀ ਜੀ ਜੀ, ਅਸੀਂ ਜਿਹੜਾ ਮੀਡੀਆ ਉਹ ਕੋਸ਼ਿਸ਼ ਕਰਦੇ ਹਾਂ ਕਿ ਹਰ ਪਾਰਟੀ ਨੂੰ, ਹਰ ਪਲੇਟਫਾਰਮ ਨੂੰ ਉਹਨਾਂ ਨੂੰ ਇੱਥੇ ਲਿਆ ਕੇ ਮੌਕਾ ਦਿੱਤਾ ਜਾਵੇ ਤਾਂ ਕਿ ਆਪਣੀ ਜਿਹੜੀ ਗੱਲ ਹੈ ਉਹ ਪਬਲਿਕ ਤੱਕ ਲਿਜਾ ਸਕਣ। ਤੁਸੀਂ ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਬਹੁਤ ਥੱਲੇ ਲੈਵਲ ਤੋਂ, ਰੂਟ ਲੈਵਲ ਤੋਂ ਲੈ ਕੇ ਬੁਲੰਦੀਆਂ ਤੱਕ ਤੁਸੀਂ ਅੱਜ ਹੈਗੇ ਹੋ। ਤੁਹਾਡੇ ਪਿਛੋਕੜ ਬਾਰੇ ਇਹ ਕਿਹਾ ਜਾਂਦਾ ਕਿ ਤੁਸੀਂ ਉਹ ਦਿਨ ਵੀ ਦੇਖੇ ਆ ਜਦੋਂ ਰੋਟੀ ਖਾਣ ਨੂੰ ਤੁਹਾਡੇ ਕੋਲ ਨਸੀਬ ਨਹੀਂ ਸੀ ਹੁੰਦੀ। ਤੁਹਾਡੇ ਫਾਦਰ ਜਿਹੜੇ ਸੀ ਉਹਨਾਂ ਨੇ ਬੜੀ ਮਿਹਨਤ ਮੁਸ਼ੱਕਤ ਕਰਕੇ ਤੁਹਾਨੂੰ ਡਾਕਟਰੀ ਕਰਾਈ ਤੇ ਅੱਜ ਤੁਸੀਂ ਇਸ ਮੁਕਾਮ ਤੇ ਪਹੁੰਚੇ ਹੋ ਕਿ ਬਹੁਤ ਵੱਡਾ ਜਿਹੜਾ ਅਹੁਦਾ ਲੋਕਾਂ ਨੇ ਚੁਣ ਕੇ ਤੁਹਾਨੂੰ ਅਸੈਂਬਲੀ 'ਚ ਭੇਜਿਆ। ਅਸੀਂ ਚਾਹਾਂਗੇ ਕਿ ਇਸ ਤੋਂ ਪਹਿਲਾਂ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਕਰੀਏ ਰਾਜਨੀਤੀ ਬਾਰੇ। ਕੀ ਕਹਿਣਾ ਚਾਹੋਗੇ ਆਪਣੇ ਬਚਪਨ ਬਾਰੇ ਥੋੜ੍ਹਾ ਜਿਹਾ? ਦੇਖੋ, ਬਚਪਨ ਮੇਰਾ ਜਿਹੜਾ ਉਹ ਇੱਕ ਬੜਾ ਗਰੀਬ ਘਰ ਦੇ ਵਿੱਚ, ਇੱਕ ਪਿੰਡ ਦੇ ਵਿੱਚ ਬਚਪਨ ਬੀਤਿਆ ਜੀ। ਔਰ ਮੇਰੇ ਪਿਤਾ ਜੀ ਆਰਮੀ 'ਚ ਸੀਗੇ ਔਰ ਉਹਨਾਂ ਦੀ ਇੱਕ ਇੱਛਾ ਸੀ ਕਿ ਕਿਉਂਕਿ ਉਹ ਪੜ੍ਹੇ ਲਿਖੇ ਨਹੀਂ ਸੀ ਜੀ ਔਰ ਉਹਨਾਂ ਦੀ ਬੜੀ ਇੱਕ ਦ੍ਰਿੜ ਇੱਛਾ ਸੀ ਕਿ ਮੇਰੇ ਬੱਚੇ ਪੜ੍ਹ ਲਿਖ ਕੇ ਵਧੀਆ ਇਨਸਾਨ ਬਣ ਔਰ ਬੁਲੰਦੀਆਂ ਤੇ ਜਾਣ ਜੀ। ਔਰ ਉਸੇ ਤਹਿਤ ਉਹਨਾਂ ਨੇ ਸਾਨੂੰ ਪੜ੍ਹਾਇਆ ਬੜੀ ਮਿਹਨਤ ਮੁਸ਼ੱਕਤ ਦੇ ਨਾਲ। ਔਰ ਉਸ ਤੋਂ ਬਾਅਦ ਆਰਮੀ ਤੋਂ ਬਾਅਦ ਰਿਟਾਇਰ ਹੋ ਕੇ ਜਦੋਂ ਪਿੰਡ ਦੇ ਵਿੱਚ ਆਪਣਾ ਜੀਵਨ ਬਿਤਾਇਆ ਉਹਨਾਂ ਨੇ, ਫਿਰ ਮੈਂ ਸਮਝਦਾ ਕਿ ਦਿਹਾੜੀਆਂ ਵੀ ਕੀਤੀਆਂ, ਲੇਬਰ ਵੀ ਕੀਤੀ ਔਰ ਅਸੀਂ ਸਰਕਾਰੀ ਸਕੂਲਾਂ ਦੇ ਵਿੱਚ ਅਸੀਂ ਪੜ੍ਹੇ ਹਾਂ ਜੀ। ਔਰ ਮੈਨੂੰ ਇਹ ਵੀ ਖੁਸ਼ੀ ਹੈ ਕਿ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਵੀ ਅਸੀਂ ਪੜ੍ਹ ਕੇ ਔਰ ਪੇਰੈਂਟਸ ਦੀ ਗਾਈਡੈਂਸ ਜਿਹੜੀ ਆ ਉਹ ਲਗਾਤਾਰ ਬਣੀ ਰਹੀ ਜੀ। ਔਰ ਇੱਥੋਂ ਤੱਕ ਕਿ ਜਦੋਂ ਸਾਨੂੰ ਵੀ ਕਿਤੇ ਛੁੱਟੀਆਂ ਦੇ ਵਿੱਚ ਦਿਹਾੜੀਆਂ ਵੀ ਕਰਨੀਆਂ ਪਈਆਂ ਤੇ ਅਸੀਂ ਆਪਣਾ ਲੇਬਰ ਵੀ ਕੀਤੀ ਔਰ ਲੇਬਰ ਕਰਕੇ, ਪਰ ਪੜ੍ਹਾਈ ਦੇ ਉੱਤੇ ਜਿਹੜਾ ਨਿਰੰਤਰ ਸਾਡਾ ਧਿਆਨ ਜਿਹੜਾ ਮੇਰਾ ਉਹ ਫੋਕਸ ਰਿਹਾ ਜੀ। ਔਰ ਇਸੇ ਤਰ੍ਹਾਂ ਜਿੱਥੇ ਪ੍ਰਾਇਮਰੀ, ਫਿਰ ਮਿਡਲ, ਫਿਰ ਹਾਈ ਸਕੂਲ, ਗਵਰਨਮੈਂਟ ਹਾਈ ਸਕੂਲ ਨਾਰਾ ਤੋਂ ਮੈਂ 8ਵੀਂ ਕੀਤੀ। ਉਸ ਤੋਂ ਬਾਅਦ ਜਿਹੜੀ 10th ਹੈ ਉਹ ਸਰਦਾਰ ਬਹਾਦਰ ਅਮੀ ਚੰਦ ਹਾਈ ਸਕੂਲ, SBSE ਹਾਈ ਸਕੂਲ ਜੀ ਬਜਵਾੜਾ ਤੋਂ ਕੀਤਾ। ਔਰ 10ਵੀਂ ਤੋਂ ਬਾਅਦ ਕਿਉਂਕਿ ਫਿਰ ਉਸ ਤੋਂ ਬਾਅਦ ਬੜੀ ਡਰਾਸਟਿਕ ਚੇਂਜਸ ਆਉਂਦੀਆਂ, ਫਿਰ ਇਹ ਹੁੰਦਾ ਕਿ ਵੱਡੇ ਹੋ ਕੇ ਆਪਾਂ ਕੀ ਬਣੀਏ, ਕੀ ਜੀ ਜੀ ਜਾਣਾ ਕਿੱਧਰ ਨੂੰ ਚਾਹੀਦਾ, ਕਿਉਂਕਿ ਹੁਣ ਤਾਂ ਬੜੇ ਜਿਵੇਂ ਤੁਸੀਂ ਦੱਸਿਆ ਨਾ ਕਿ ਤੁਸੀਂ ਸਕੂਲ, ਜਿਹੜੇ ਪ੍ਰਾਇਮਰੀ ਸਕੂਲ ਤੁਹਾਡੇ ਜਿਹੜੀ ਘਰ ਦੇ ਸੀਗੇ, ਡੈਡ ਹੋ ਰਹੀ ਸੀ, ਉਹ ਲੇਬਰ ਕਰਦੇ ਸੀ, ਅਚਾਨਕ ਇੱਕ MBBS MD ਡਾਕਟਰ ਬਣ ਜਾਣਾ, ਕਿਸ ਤਰ੍ਹਾਂ ਸਾਰਾ ਉਹੀ ਮੈਂ ਤੁਹਾਨੂੰ ਦੱਸ ਰਿਹਾ ਸੀ। ਤੁਸੀਂ ਪੂਰਾ ਦੱਸੋਗੇ ਕਿ ਮੈਂ ਤੁਹਾਨੂੰ ਉਹੀ ਦੱਸ ਰਿਹਾ ਸੀ ਕਿ ਜਦੋਂ ਸਾਡੇ ਉਹਨਾਂ ਸਮਿਆਂ ਦੇ ਵਿੱਚ ਕੋਈ ਅਜਿਹੀ ਕੈਰੀਅਰ ਗਾਈਡੈਂਸ, ਕੋਈ ਕੋਰਸ ਨਹੀਂ ਹੁੰਦੇ ਸੀ ਜਾਂ ਕੋਈ ਐਸੀ ਕੋਈ ਵੀ ਐਸੀ ਸੁਵਿਧਾ ਨਹੀਂ ਸੀ ਕਿ ਅਸੀਂ ਕਿਸੇ ਤੋਂ ਪੁੱਛੀਏ ਜੀ ਕੀ ਬਣੀਏ ਹੁਣ। ਓਕੇ, ਕਿਉਂਕਿ ਠੀਕ ਹੈ ਪੜ੍ਹਾਈ ਵਿੱਚ ਅੱਛਾ ਸੀ ਪਰ ਮੈਨੂੰ ਇਹ ਸੀ ਵੀ ਹੁਣ ਅੱਗੇ ਕੀਤਾ ਕੀ ਜਾਵੇ। ਔਰ ਪਿਤਾ ਜੀ ਦਾ ਸੁਪਨਾ ਇਹ ਸੀ ਕਿ ਜਿਹੜਾ ਮੇਰਾ ਬੇਟਾ ਹੈ ਉਹ ਡਾਕਟਰ ਬਣੇ ਜੀ। ਔਰ ਉਸ ਦੇ ਤਹਿਤ ਜਦੋਂ 10ਵੀਂ ਤੋਂ ਬਾਅਦ ਫਿਰ ਕਾਲਜ ਜਾ ਰਹੇ ਸੀ ਤੇ ਜਦੋਂ ਕਾਲਜ ਜਾ ਰਹੇ ਸੀ ਤੇ ਪਿੰਡ ਦੇ ਬਾਹਰ ਹੀ ਪਾਪਾ ਦੇ ਦੋਸਤ ਬਹੁਤ ਅੱਛੇ ਉਹ ਮਿਲੇ ਜੀ ਜੀ। ਜਦੋਂ ਜਾ ਰਹੇ ਸੀ ਸਾਈਕਲ ਤੇ ਉਹਨੇ ਪੁੱਛਿਆ ਵੀ ਅੱਜ ਕਿੱਧਰ ਜਾ ਰਹੇ ਆ, ਕਿਉਂਕਿ ਜਦੋਂ ਬੰਦਾ ਕਾਲਜ ਵਿੱਚ ਜਾਂਦਾ ਪਹਿਲੇ ਦਿਨ ਤੇ ਕੱਪੜੇ ਤਾਂ ਨਵੇਂ ਹੁੰਦੇ ਜੀ। ਤੇ ਪਾਪਾ ਕਹਿੰਦੇ ਵੀ ਮੁੰਡੇ ਨੂੰ ਡਾਕਟਰ ਬਣਾਉਣਾ, ਇਹਨੂੰ ਐਡਮਿਸ਼ਨ ਦਵਾਉਣ ਚੱਲਾ। ਤੇ ਫਿਰ ਉਹਨਾਂ ਨੇ ਕਿਹਾ ਵੀ ਬੜਾ ਹੈਰਾਨ ਪਰੇਸ਼ਾਨ ਹੋ ਗਿਆ ਤਾਂ ਕਹਿੰਦੇ ਵੀ ਇੱਥੇ
ਆਹ ਸਕੂਲਾਂ ਚੋਂ ਪੜ੍ਹ ਕੇ ਤਾਂ ਕਾਹਦਾ ਕਹਿੰਦੇ ਡਾਕਟਰ, ਇਹ ਤਾਂ ਡਾਕਟਰ ਉਹ ਮੈਂ ਤੁਹਾਨੂੰ ਜਲਦੀ ਤੋਂ ਜਲਦੀ ਪੁੱਛਣਾ ਚਾਹੁੰਦਾ ਸੀ ਵੀ ਜੀ ਕਿਸ ਤਰ੍ਹਾਂ ਇਹ ਸਬਬ ਬਣ ਗਿਆ? ਜੀ ਕਹਿੰਦੇ ਪ੍ਰੈਪ ਤੇ ਕਹਿੰਦੇ ਮੈਡੀਕਲ ਕਰਨਾ ਕੋਈ ਸੌਖੀ ਗੱਲ ਹੈ, ਗੱਲ ਵੀ ਠੀਕ ਸੀ। ਅੱਛਾ। ਕਿਉਂਕਿ ਜਦੋਂ ਸਾਡਾ ਪੰਜਾਬੀ ਮੀਡੀਅਮ ਹੁੰਦਾ ਫਿਰ ਇੰਗਲਿਸ਼ ਮੀਡੀਅਮ ਹੋ ਜਾਂਦਾ, ਔਰ ਉਹ ਜਿਹੜਾ ਪੜ੍ਹਾਈ ਦਾ ਜ਼ਮੀਨ ਅਸਮਾਨ ਦਾ ਫਰਕ, ਮੀਡੀਅਮ ਦਾ ਫਰਕ ਹੋਣ ਕਰਕੇ ਸਾਡੇ ਬਹੁਤੇ ਬੱਚੇ ਜਾਂਦੇ ਸੀ ਵਿਚਾਰੇ ਫੇਲ ਹੋ ਜਾਂਦੇ ਸੀ, ਔਰ ਬਹੁਤਿਆਂ ਨੇ ਟਰਾਈ ਵੀ ਕੀਤਾ ਉਹ ਫੇਲ ਹੋ ਚੁੱਕੇ ਸੀ ਜੀ। ਸੋ ਉਹ ਕਹਿੰਦਾ ਵੀ ਇਹਦੇ ਬਸ ਦੀ ਗੱਲ ਨਹੀਂ ਹੈ, ਕੋਈ ਇਹਨੂੰ ਤਾਂ ਕਹਿੰਦਾ ਮਾੜਾ ਮੋਟਾ ਕੋਰਸ ਕਰਾ ਕੇ, ਕੋਈ ITI ਪੋਲੀਟੈਕਨਿਕ ਕੋਰਸ ਕਰਾ ਕੇ, ਕੋਈ ਆ ਜਿਹੜੇ ਕਹਿੰਦੇ ਬੱਸਾਂ ਕਾਰਾਂ ਦੀ ਜਿਹੜੀ ਰਿਪੇਅਰ ਆ ਉਹਨੇ ਟਾਂਚ ਜੀ ਮਾਰੀ ਜਿਵੇਂ ਇਹ ਕਿੱਥੇ ਪੜਨਾ, ਰਿਪੇਅਰਾਂ ਦੀ ਰਿਪੇਅਰ ਕਰਾਣੇ ਨੂੰ ਮਕੈਨਿਕ ਬਣਾ। ਅੱਛਾ। ਤੇ ਉਹ ਜਿਹੜੇ ਉਹਨਾਂ ਦੀ ਉਹ ਗੱਲ ਸੀ, ਮੈਨੂੰ ਸ਼ਾਇਦ ਮੇਰੇ ਲਈ ਬੜਾ ਇੱਕ ਟਰਨਿੰਗ ਪੁਆਇੰਟ ਸੀ। ਓਕੇ। ਤੇ ਮੈਂ ਬੜਾ ਉਹਨੂੰ ਆਈ ਟੁੱਕ ਇਟ ਐਜ਼ ਅ ਚੈਲੰਜ, ਹਾਲਾਂਕਿ ਉਹਨਾਂ ਨੇ ਵੀ ਠੀਕ ਕਿਹਾ ਹੋਏਗਾ ਆਪਣੀ ਜਗ੍ਹਾ ਤੇ ਜੀ, ਕਿਉਂਕਿ ਉਹ ਵੀ ਸਕੂਲਾਂ ਦੇ ਸਤਰ ਨੂੰ, ਉਹਦੇ ਲੈਵਲ ਨੂੰ, ਪੜ੍ਹਾਈਆਂ ਨੂੰ ਜਾਣਦੇ ਨੇ, ਵੱਡੇ ਨੇ, ਪਰ ਮੈਂ ਉਸ ਨੂੰ ਇੱਕ ਟਰਨਿੰਗ ਪੁਆਇੰਟ, ਦੈਟ ਵਾਸ ਟਰਨਿੰਗ ਪੁਆਇੰਟ, ਆਈ ਟੁੱਕ ਇਟ ਐਜ਼ ਅ ਚੈਲੰਜ। ਤੇ ਫਿਰ ਮੈਂ ਕਿਹਾ ਜੀ ਹੁਣ ਲੱਗਦਾ ਕਿ ਪਿਤਾ ਜੀ ਦਾ ਜਿਹੜਾ ਸੁਪਨਾ ਹੈ ਉਹ ਜ਼ਰੂਰ ਸੱਚ ਮੈਂ ਕਰਕੇ ਦਿਖਾਣਾ ਜੀ। ਤੇ ਉਹਨਾਂ ਨੇ ਫਿਰ ਪ੍ਰੈਪ ਮੈਡੀਕਲ, ਉਦੋਂ +1 +2 ਨਹੀਂ ਸਾਡੇ ਹੁੰਦੇ ਸੀ, ਪ੍ਰੈਪ ਮੈਡੀਕਲ ਐਂਡ ਪ੍ਰੀ ਮੈਡੀਕਲ, ਮੈਂ ਵੀ ਪ੍ਰੈਪ ਹੀ ਕੀਤੀ ਸੀ ਬਸ ਜੀ। ਪ੍ਰੈਪ ਮੈਡੀਕਲ ਰੰਧਾਵਾ ਸਾਹਿਬ ਮੈਂ ਐਡਮਿਸ਼ਨ ਲੈ ਲਈ ਜੀ। ਤੇ ਜਦੋਂ ਪ੍ਰੈਪ ਮੈਡੀਕਲ ਚੋਂ ਅੱਛੇ ਨੰਬਰ ਆਏ, ਖੂਬ ਪੜ੍ਹਾਈ ਕੀਤੀ, ਕਿਉਂਕਿ ਇੱਕ ਡਰ ਸੀ ਕਿ ਮੈਂ ਫੇਲ ਨਹੀਂ ਹੋਣਾ ਜੀ, ਮੈਂ ਜਿੱਤਣਾ ਹੈ, ਮੈਂ ਅੱਗੇ ਜਾਣਾ। ਉਸ ਤੋਂ ਬਾਅਦ ਪ੍ਰੀ ਮੈਡੀਕਲ ਹੋ ਗਿਆ, ਫਿਰ ਉਸ ਤੋਂ ਬਾਅਦ ਫਿਰ PMT ਹੁੰਦੀ ਸੀ ਜੀ, ਤੇ ਉਹ PMT ਦੇ ਵਿੱਚ ਵੀ ਬਹੁਤ ਅੱਛੇ ਨੰਬਰ ਆਏ, ਔਰ ਫਿਰ ਗਵਰਨਮੈਂਟ ਮੈਡੀਕਲ ਕਾਲਜ, ਮਤਲਬ ਕਿ ਇਹ ਆ ਵੀ ਜਿਹੜਾ ਮਾਂ-ਪਿਓ ਦਾ ਸੁਪਨਾ ਸੀ ਉਹ ਪੂਰੇ ਹੋਣ ਵੱਲ ਨੂੰ ਚੱਲ ਪਿਆ ਜੀ। ਔਰ ਫਿਰ MBBS ਕੀਤੀ ਅੰਮ੍ਰਿਤਸਰ ਤੋਂ, ਗਵਰਨਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ, 5.5 ਸਾਲ ਦਾ ਕੋਰਸ। ਫਿਰ ਉਸ ਤੋਂ ਬਾਅਦ ਫਿਰ ਕੁਦਰਤੀ ਇੱਕ ਅੱਛਾ ਮਾਹੌਲ ਮਿਲਿਆ, ਫਿਰ ਮੈਂ ਦਿੱਲੀ ਵੀ ਈਵਨ ਸਫਦਰਜੰਗ ਹਸਪੀਟਲ 'ਚ ਮੈਂ ਜੂਨੀਅਰ ਰੈਜ਼ੀਡੈਂਸੀ ਕੀਤੀ, ਮੰਨਿਆ ਹੋਇਆ ਹਸਪੀਟਲ ਹੈ, ਰਾਮ ਮਨੋਹਰ ਲੋਹੀਆ ਹਸਪੀਟਲ 'ਚ ਮੈਂ ਰੈਜ਼ੀਡੈਂਸੀ ਕੀਤੀ। ਤੇ ਉਹ ਫਿਰ ਆਇਆ ਵੀ ਵੀ ਪੋਸਟ ਗ੍ਰੈਜੂਏਸ਼ਨ ਵੀ ਜ਼ਰੂਰ ਕਰਨੀ ਚਾਹੀਦੀ ਜੀ। ਤੇ ਫਿਰ ਤਿਆਰੀ ਕੀਤੀ ਤੇ MD 'ਚ ਜਿਹੜਾ PG ਐਂਟਰੈਂਸ ਟੈਸਟ ਦਿੱਤਾ, ਉਹਦੇ ਵਿੱਚ ਵੀ ਬਹੁਤ ਅੱਛਾ ਸਕੋਰ ਆਇਆ, ਤੇ ਮੈਂ ਫਿਰ MD ਰੇਡੀਓ ਡਾਇਗਨੋਸਿਸ ਜਿਹੜੀ ਹੈ ਉਹ ਲਈ। ਜਦੋਂ ਤੁਸੀਂ ਇਸ ਲੈਵਲ ਤੇ ਪਹੁੰਚ ਗਏ ਸੀ, ਤੁਹਾਡੇ ਬਾਪੂ ਹੋਰਾਂ ਦਾ ਰਿਐਕਸ਼ਨ ਕੀ ਸੀ ਉਦੋਂ? ਦੇਖੋ ਬਾਪੂ ਤੇ ਬੜੇ, ਕਿਉਂਕਿ ਪਿਓ ਨੂੰ ਤਾਂ ਬੜਾ ਮਾਣ ਹੁੰਦਾ ਆਪਣੇ ਪੁੱਤ ਤੇ ਬਹੁਤ ਖੁਸ਼ ਸੀ, ਬੜਾ ਉਹਨਾਂ ਨੂੰ ਆਸ ਵੀ ਸੀ। ਤੇ ਮੈਨੂੰ ਜਦੋਂ ਮੈਂ ਕਾਉਂਸਲਿੰਗ ਹੋ ਰਹੀ ਸੀ ਜੀ, ਤੇ ਮੈਂ MD ਰੇਡੀਓ ਡਾਇਗਨੋਸਿਸ ਚੂਜ਼ ਕੀਤਾ ਕਿਉਂਕਿ ਨੰਬਰ ਅੱਛੇ ਸੀ ਜੀ। ਤੇ ਜਦੋਂ ਮੈਂ ਇਹ ਮੋਡੈਲਿਟੀ ਚੂਜ਼ ਕੀਤੀ ਤੇ ਪਾਪਾ ਮੇਰੇ ਉਦੋਂ ਖੁਸ਼ ਨਹੀਂ ਸੀ। ਅੱਛਾ। ਕਹਿੰਦੇ ਵੀ ਤੂੰ ਆ ਕੀ ਲੈ, ਕਹਿੰਦੇ ਆ ਸਕੂਨਿੰਗ ਐਕਸ-ਰੇ ਕੀ ਹੁੰਦੇ, ਕੁਝ ਨਹੀਂ। ਓਕੇ। ਅੱਛਾ। ਤੈਨੂੰ ਤਾਂ ਮੈਂ ਸਰਜਨ ਦੇਖਣਾ ਚਾਹੁੰਦਾ ਸੀ ਜੀ ਜੀ। ਮੈਂ ਕਿਹਾ ਪਾਪਾ ਕੋਈ ਗੱਲ ਨਹੀਂ, ਪਰ ਅੱਜ ਕੱਲ੍ਹ ਇਸ ਮੋਡੈਲਿਟੀ ਦਾ ਬਹੁਤ ਮਤਲਬ ਅੱਛਾ ਕਰੇਜ਼ ਹੈ ਲੋਕਾਂ ਦੇ, ਕਿਉਂਕਿ ਬਿਮਾਰੀਆਂ ਵੱਧ ਰਹੀਆਂ ਨੇ। ਓਕੇ। ਪਰ ਇਹ ਵੀ ਉਹ ਮੋਡੈਲਿਟੀ ਕਰਨ ਤੋਂ ਬਾਅਦ ਵੀ ਜਦੋਂ ਮੈਂ ਪ੍ਰੈਕਟਿਸ ਸ਼ੁਰੂ ਕੀਤੀ, ਕਿਉਂਕਿ ਪਾਪਾ ਤੁਹਾਨੂੰ ਮੈਂ ਦੱਸਿਆ ਨਹੀਂ ਕਿ ਆਰਮੀ ਤੋਂ ਬਾਅਦ ਫਿਰ ਉਹਨਾਂ ਨੂੰ ਬੈਂਕ ਦੇ ਵਿੱਚ ਨੌਕਰੀ ਮਿਲੀ। ਓਕੇ। ਤੇ ਬੈਂਕ ਦੇ ਵਿੱਚ ਕੋਈ ਆਫੀਸਰ ਰੈਂਕ ਸੀ? ਨੋ, ਹੀ ਵਾਸ ਪੀਐਨ ਇਨ ਬੈਂਕ। ਪੀਐਨ ਤੇ ਚਪੜਾਸੀ ਪੜ੍ਹੇ ਨਹੀਂ ਸੀ ਤਾਰ ਕੇ? ਨੇ ਪੜ੍ਹੇ ਨਹੀਂ ਸੀ। ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਇੰਨੇ ਛੋਟੇ ਲੈਵਲ ਤੋਂ ਇਹ ਜਿਹੜੇ ਰਾਜਕੁਮਾਰ ਹੋ ਰਹੀ ਆ, ਇਹ ਇਹਨਾਂ ਨੇ ਆਪਣੀ ਬੁਲੰਦੀਆਂ ਨੂੰ ਛੋਇਆ। ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਕਹਿ ਚੁੱਕਾ, ਬਹੁਤ ਥੱਲੇ ਲੈਵਲ ਤੋਂ ਇੱਕ ਉੱਠ ਕੇ ਬੰਦਾ ਇੱਕ ਡਾਕਟਰ ਬਣਨਾ, MD ਕਰਨੀ, ਉਸ ਤੋਂ ਬਾਅਦ ਰਾਜਨੀਤੀ 'ਚ ਵੀ ਆਉਣਾ ਤੇ ਰਾਜਨੀਤੀ ਵਿੱਚ ਵੀ ਆਪਣਾ ਨਾਮਣਾ ਖੱਟਣਾ, ਇਹ ਇੱਕ ਆਮ ਗੱਲ ਨਹੀਂ ਹੈਗੀ, ਬਹੁਤ ਰੇਅਰ ਦੇਖਣ ਨੂੰ ਮਿਲਦਾ। ਅਸੀਂ ਵੱਡੇ ਲੀਡਰਾਂ ਦੇ, ਈਵਨ ਅਮਰੀਕਨ ਲੀਡਰਸ ਵੀ ਜਿਹੜੇ ਇੱਥੋਂ ਦੇ ਪ੍ਰੈਜ਼ੀਡੈਂਟ ਬਣੇ ਆ, ਉਹਨਾਂ ਬਾਰੇ ਵੀ ਅਸੀਂ ਸੁਣਦੇ ਰਹੇ ਹਾਂ। ਉਹ ਲਾਈਟਾਂ ਥੱਲੇ ਜਿਹੜੀਆਂ ਸਟਰੀਟ ਲਾਈਟਸ ਹੁੰਦੀਆਂ, ਉਹਦੇ ਥੱਲੇ ਬਹਿ ਕੇ ਪੜ੍ਹਦੇ ਰਹੇ ਹੋ। ਸੋ ਜਿਹੜਾ ਜਦੋਂ ਮੈਂ PG ਕਰ ਰਿਹਾ ਸੀ ਰੇਡੀਓ ਡਾਇਗਨੋਸਿਸ ਦੇ ਵਿੱਚ, ਜਦੋਂ ਕੀਤੀ ਕਰਕੇ ਜਦੋਂ ਆਇਆ ਕਿ ਉਹ ਪਾਪਾ ਬੈਂਕ ਦੇ ਵਿੱਚ ਨੌਕਰੀ ਕਰਦੇ ਸੀ ਔਰ ਰਿਟਾਇਰ ਹੀ ਹੋਏ ਸੀ, ਤੇ ਜਿਸ ਬੈਂਕ ਦੇ ਵਿੱਚ ਪਾਪਾ ਨੇ ਨੌਕਰੀ ਕੀਤੀ, ਤੇ ਕਿਉਂਕਿ ਜਦੋਂ ਤੁਸੀਂ ਕੋਈ ਡਾਇਗਨੋਸਟਿਕ ਸੈਂਟਰ ਖੋਲ੍ਹਣਾ ਹੁੰਦਾ, ਜਾਂ CT MRI ਦੀ ਮਸ਼ੀਨਸ ਲਗਾਉਣੀਆਂ, ਜਾਂ ਅਲਟਰਾਸਾਊਂਡ ਦੀ ਮਸ਼ੀਨਸ ਲਗਾਉਣੀਆਂ, ਐਕਸ-ਰੇ ਲਗਾਉਣੇ, ਤੇ ਉਹਦੇ ਲਈ ਇਨਵੈਸਟਮੈਂਟ ਚਾਹੀਦੀ ਹੁੰਦੀ ਹੈ, ਕਿਉਂਕਿ ਘਰ ਤਾਂ ਗਰੀਬੀ ਸੀ। ਇਨਫੈਕਟ ਜਦੋਂ ਮੈਂ MD 'ਚ ਐਡਮਿਸ਼ਨ ਵੀ ਲਿਆ ਤਾਂ ਮੈਨੂੰ ਬਹੁਤ ਸਾਰੇ ਵੀ ਬਿਜ਼ਨਸ ਕਰਨਾ ਹੋਵੇ ਉਹਦਾ ਮੈਨੂੰ, ਪਰ ਸਾਡੀ ਮੋਡੈਲਿਟੀ ਜਿਹੜੀ ਬਹੁਤ ਮਹਿੰਗੀ ਹੈ, ਇਨਵੈਸਟਮੈਂਟ ਬਹੁਤ ਹਾਇਰ ਸਾਈਡ ਤੇ ਹੈ। ਤੇ ਮੈਂ ਜਦੋਂ ਐਡਮਿਸ਼ਨ ਵੀ ਲਿਆ ਤੇ ਮੇਰੇ ਸਾਥੀਆਂ ਨੇ ਵੀ ਮੈਨੂੰ ਕਿਹਾ, ਕਹਿੰਦੇ ਯਾਰ ਉੱਥੇ ਤਾਂ ਪੈਸਾ ਬੜਾ ਲੱਗਦਾ, ਵੀ ਤੂੰ ਐਡਮਿਸ਼ਨ ਕਿਉਂ ਲੈ ਲਈ? ਮੈਂ ਕਿਹਾ ਚਲੋ ਹੁਣ ਤਾਂ ਲੈ ਲਈ ਕਿਉਂਕਿ ਮੈਨੂੰ ਪਸੰਦ ਆ। ਤੇ ਜਦੋਂ ਮੈਂ ਕਰਕੇ ਆਇਆ, ਫਿਰ ਮੈਂ ਸੋਚਿਆ ਕਿ ਆਪਣਾ ਪ੍ਰਾਈਵੇਟ ਸੈਂਟਰ, ਤੁਹਾਨੂੰ ਮੈਂ ਉਹਦੀ ਵੀ ਕਹਾਣੀ ਦੱਸਦਾ ਵੀ। ਮੈਂ ਇੱਕ ਵਾਰ ਮੈਂ ਪ੍ਰਾਈਵੇਟ ਸੈਂਟਰ, ਮਾਨ ਸਕੈਨਿੰਗ ਸੈਂਟਰ ਹੈਗੇ ਜਲੰਧਰ, ਮੈਂ ਉੱਥੇ ਲੱਗ ਗਿਆ, ਔਰ ਉੱਥੇ ਮੈਂ 6 ਮਹੀਨੇ ਕੰਮ ਕਰਦਾ ਰਿਹਾ। ਔਰ 6 ਮਹੀਨੇ ਤੋਂ ਬਾਅਦ ਉੱਥੇ ਕੋਈ ਉਹਨਾਂ ਦੇ ਸੈਂਟਰ 'ਚ ਕੋਈ ਜਿਸ ਤਰ੍ਹਾਂ ਮਸ਼ੀਨਾਂ ਸੈੱਲ ਕਰਦੇ ਨੇ, ਰਿਪਰੈਜ਼ੈਂਟੇਟਿਵਸ ਆਉਂਦੇ ਨੇ ਵੱਖ-ਵੱਖ ਕੰਪਨੀਜ਼ ਦੇ, ਜਿਨ੍ਹਾਂ ਨੇ ਮਸ਼ੀਨਾਂ ਵੇਚਣੀਆਂ ਹੁੰਦੀਆਂ,
ਤੇ ਮੈਂ ਕੁਦਰਤੀ ਆਈ ਟਾਕ ਟੂ ਹਿਮ ਓਕੇ। ਤੇ ਮੈਂ ਕਿਹਾ ਯਾਰ ਇਹ ਕੀ ਹੈ ਸੀਨ ਸਿਸਟਮ ਕੀ ਹੈ, ਮਤਲਬ ਕਿੱਦਾਂ ਹੁੰਦਾ ਹੈ ਤੇ ਕੀ ਕਾਸਟ ਨੇ। ਮੈਂ ਤਾਂ ਵੈਸੇ ਆਈ ਵਾਸ ਜਸਟ ਆਸਕਿੰਗ ਹਿਮ ਕਿ ਕੀ ਹੈ। ਤੇ ਸ਼ਾਮ ਨੂੰ ਕਿਤੇ ਉਹਨੇ ਹੀ ਮੇਰਾ ਖਿਆਲ ਕਿਤੇ ਜਿਹਨੂੰ ਪੰਜਾਬੀ 'ਚ ਕਹਿੰਦੇ ਚੁਗਲੀ ਕਰਤੀ ਡਾਕਟਰ HS ਮਾਨ ਦੇ ਨਾਲ, ਔਰ ਡਾਕਟਰ ਮਾਨ ਨੂੰ ਦੱਸਿਆ ਤੇ ਡਾਕਟਰ ਮਾਨ ਆ ਗਿਆ ਸ਼ਾਮ ਨੂੰ, ਫਿਰ ਆਫਟਰਨੂਨ 'ਚ ਖਾਣਾ ਖੁਣਾ ਖਾ ਕੇ ਕਹਿੰਦੇ ਡਾਕਟਰ ਸਾਹਿਬ ਇੱਧਰ ਆਓ ਡਾਕਟਰ ਰਾਜ। ਮੈਂ ਕਿਹਾ ਸਰ, ਮੈਂ ਕਿਹਾ ਜੀ ਸਰ ਦੱਸੋ। ਕਹਿੰਦੇ ਤੂੰ ਆਪਣਾ ਸੈਂਟਰ ਲਾਏਗਾ, ਆਪਣਾ ਕਲੀਨਿਕ ਖੋਲੇਗਾ? ਤੇ ਮੈਂ ਕਿਹਾ ਜੀ ਬਿਲਕੁਲ, ਕਦੀ ਨਾ ਕਦੀ ਤਾਂ ਖੋਲਣਾ ਹੀ ਹੈ, ਇਹ ਤਾਂ ਕੋਈ ਹੈ ਨਹੀਂ ਵੀ ਅਸੀਂ ਕਦੀ ਨਾ ਕਦੀ ਤਾਂ ਜ਼ਰੂਰ ਖੋਲਾਂਗੇ। ਮੈਂ ਸੱਚ ਬੋਲਣਾ ਹਮੇਸ਼ਾ ਚੰਗਾ ਸਮਝਦਾ। ਕਹਿੰਦੇ ਵੀ ਇੱਦਾਂ ਵੀ ਜਦੋਂ ਖੋਲਣਾ ਤੂੰ ਜਾ ਰਾਈਟ ਵੇ। ਹਾਂ, ਤੇ ਉਹਨੇ ਮੈਨੂੰ ਜਸਟ ਉਦੋਂ ਹੀ ਮੈਨੂੰ ਕੱਢ ਦਿੱਤਾ, ਹੀ ਫਾਇਰਡ ਮੀ। ਤੇ ਮੈਂ ਫਿਰ ਜਦੋਂ ਬਾਹਰ ਆਇਆ ਤੇ ਮੈਂ ਇਹ ਸੋਚਿਆ, ਮੈਂ ਕਿਹਾ ਯਾਰ ਇਹ ਬੜੇ ਹਾਲਾਤ ਤੇ ਬੜੇ ਖਰਾਬ ਹੋ ਗਏ। ਤੇ ਹੁਣ ਮੈਂ, ਕਿਉਂਕਿ ਮੈਨੂੰ ਗਵਰਨਮੈਂਟ ਜੌਬ ਮਿਲੀ ਹੋਈ ਸੀ, ਮੈਂ ਗਵਰਨਮੈਂਟ ਜੌਬ ਛੱਡ ਦਿੱਤੀ ਸੀ ਆਪਣੀ ਜੀ, ਮੈਂ ਉਹ ਆਪਟ ਹੀ ਨਹੀਂ ਕੀਤਾ ਸੀ। ਤੇ ਜਦੋਂ ਮੈਂ ਫੀਲਡ 'ਚ ਆਇਆ ਤੇ ਕਿਉਂਕਿ ਇਨਵੈਸਟਮੈਂਟ ਜ਼ਿਆਦਾ ਸੀ, ਫਿਰ ਮੈਂ ਪਾਪਾ ਕਿਉਂਕਿ ਬੈਂਕ 'ਚ ਰਹੇ ਸੀ, ਤਾਂ ਮੈਂ ਪਾਪਾ ਨੂੰ, ਪਾਪਾ ਵੀ ਤੁਸੀਂ ਹੁਣ ਮਦਦ ਕਰੋ, ਥੋੜ੍ਹੇ ਬਹੁਤੇ ਪੈਸੇ ਮੇਰੇ ਕੋਲ ਹੈਗੇ ਆ ਤੇ ਮੈਨੂੰ ਬੈਂਕ ਤੋਂ ਲੋਨ ਚਾਹੀਦਾ। ਓਕੇ। ਤੇ ਆਈ ਹੈਡ ਥਾਟ ਕਿ ਚਲੋ ਲੋਨ, ਪਾਪਾ ਕਿਉਂਕਿ ਜਾਣ ਪਛਾਣਾ, ਜਿੱਥੇ ਕਰਮਚਾਰੀ ਨੇ ਜਿੱਥੇ ਕੰਮ ਕੀਤਾ ਹੋਵੇ ਇੰਪਲੋਈ ਨੇ ਹੈਲਪ ਕਰ ਦਿੰਦੇ ਆ। ਤੇ ਮੈਂ ਆਈ ਰਿਕੁਐਸਟਡ ਦੈਮ, ਉਹਨਾਂ ਨੇ ਸਾਰਾ ਜਦੋਂ, ਕਿਉਂਕਿ ਦੇਅਰ ਵਾਜ਼ ਨੋ ਟਰੈਕ ਰਿਕਾਰਡ, ਅਸੀਂ ਕਿਹੜਾ ਕੋਈ ਨਾ ਕੋਈ ਪਹਿਲਾਂ, ਆਈ ਵਾਜ਼ ਨਾਟ ਅਰਨਿੰਗ ਐਟ ਦੈਟ ਟਾਈਮ। ਤੇ ਬੈਂਕ ਨੇ ਬੜਾ ਕੋਰਾ ਜਵਾਬ ਦਿੱਤਾ, ਕਹਿੰਦੇ ਸੌਰੀ ਤੁਹਾਨੂੰ ਅਸੀਂ ਲੋਨ ਨਹੀਂ ਦੇ ਸਕਦੇ, ਅੱਛਾ ਅਸੀਂ ਕਰਜ਼ਾ ਵੀ ਦੇ ਨਹੀਂ ਸਕਦੇ। ਤੇ ਉਹਨਾਂ ਹਾਲਾਤਾਂ 'ਚ ਫਿਰ ਮੇਰੇ ਕੁਝ ਦੋਸਤ ਮਿੱਤਰ ਸੀ, ਕੁਝ ਪਾਪਾ ਦੇ ਦੋਸਤ ਮਿੱਤਰ ਸੀ, ਕੋਈ ਪੈਸੇ ਫੜ ਕੇ ਕੰਮ ਅਸੀਂ ਜਦੋਂ ਮੈਂ ਸ਼ੁਰੂ ਕੀਤਾ ਤੇ ਉਹ ਕੰਮ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੈਂ ਪਹਿਲਾਂ ਅਲਟਰਾਸਾਊਂਡ 'ਚ ਕੰਮ ਸ਼ੁਰੂ ਕੀਤਾ, ਡੋਪਲਰ 'ਚ। ਇੰਨਾ ਵਧੀਆ ਕੰਮ ਚੱਲਿਆ ਕਿ ਉਸ ਤੋਂ ਬਾਅਦ ਮੈਂ ਕਦੀ ਪਿੱਛੇ ਮੁੜ ਕੇ ਨਹੀਂ ਦੇਖਿਆ। ਬਹੁਤ ਅੱਛਾ, ਔਰ ਬੜਾ ਅੱਛਾ, ਪਰਮਾਤਮਾ ਨੇ ਬਹੁਤ ਨੇੜੇ ਹੋ ਗਏ ਤੁਹਾਡੀ ਸੁਣੀ। ਫਿਰ 20 ਸਾਲ ਪ੍ਰੈਕਟਿਸ ਕੀਤੀ ਔਰ ਆਈ ਵਾਸ ਦਾ ਲੀਡਿੰਗ ਰੇਡੀਓਲੋਜਿਸਟ ਆਫ ਦਾ ਏਰੀਆ ਆਫ ਪੰਜਾਬ। ਔਰ ਬੀਇੰਗ ਰੇਡੀਓਲੋਜਿਸਟ ਵੀ ਬੜਾ ਕੁਆਲਿਟੀ ਕੰਮ ਕੀਤਾ ਔਰ ਲੋਕਾਂ ਨੇ ਉੱਥੇ ਵੀ ਬਹੁਤ ਪਿਆਰ। ਬਹੁਤ ਅੱਛਾ ਜੀ, ਬਹੁਤ ਅੱਛਾ। ਅਚਾਨਕ ਟਰਨਿੰਗ ਪੁਆਇੰਟ ਕਿਵੇਂ ਪੋਲਿਟਿਕਸ ਵੱਲ ਤੁਹਾਡਾ ਹੋ ਗਿਆ? ਦੇਖੋ ਜ਼ਿੰਦਗੀ ਦੇ ਵਿੱਚ ਤੁਹਾਡੇ ਨਾਲ ਪੋਲੀਟੀਕਲ ਫੀਲਡ, ਪੋਲਿਟਿਕਸ ਵਾਜ਼ ਨੈਵਰ ਮਾਈ ਕੱਪ ਆਫ ਟੀ। ਮੈਂ ਕਦੀ ਰੰਧਾਵਾ ਸਾਹਿਬ ਸੋਚਿਆ ਨਹੀਂ ਸੀ ਕਿ ਮੈਂ ਰਾਜਨੀਤੀ ਲਈ ਬਣਿਆ। ਔਰ ਹੋਇਆ ਜ਼ਿੰਦਗੀ 'ਚ ਕਈ ਵਾਰ ਐਸੇ ਤੁਹਾਡੇ ਮੁਕਾਮ ਆਉਂਦੇ ਨੇ ਕਿ ਤੁਹਾਡੇ ਨਾਲ ਬੜੀ ਨਜਾਇਜ਼ ਹੁੰਦੀ ਹੈ। ਓਕੇ। ਇੱਕ ਵਾਰ 2004 ਦੇ ਵਿੱਚ ਕੁਝ ਐਸੀਆਂ ਪਰਿਸਥਿਤੀਆਂ ਬਣੀਆਂ ਕਿ ਕਿਸੇ ਨਜਾਇਜ਼ ਕੇਸ ਦੇ ਵਿੱਚ ਮੈਨੂੰ ਤੇ ਮੇਰੇ ਬ੍ਰਦਰ ਨੂੰ ਫਸਾ ਦਿੱਤਾ ਗਿਆ। ਅੱਛਾ ਜੀ। ਔਰ ਹਾਲਾਂਕਿ ਅਸੀਂ ਉਸ ਸੀਨ ਤੇ ਵੀ ਨਹੀਂ ਸੀ, ਸਾਡਾ ਕੁਝ ਲੈਣਾ ਦੇਣਾ ਵੀ ਨਹੀਂ ਸੀ। ਜਦੋਂ ਉਹ ਹਾਲਾਤ ਹੋਏ, ਬੜਾ ਸ਼ਹਿਰ ਦੇ ਵਿੱਚ ਬੜਾ ਸ਼ੋਰ ਸ਼ਰਾਬਾ ਹੋਇਆ ਤੇ ਲੋਕਾਂ ਨੇ ਸੋਚਿਆ ਕਿ ਪਤਾ ਨਹੀਂ ਸੱਚੀ ਸ਼ਾਇਦ ਇਹ ਖਰਾਬ ਨੇ ਜਾਂ ਇਹਨਾਂ ਨੇ ਕੋਈ ਗਲਤ ਕੀਤਾ ਹੋਵੇਗਾ। ਜੀ ਜੀ। ਤੇ ਉਹ ਹਾਲਾਤ ਐਸੇ ਸੀ ਜਦੋਂ ਮੈਨੂੰ ਇਹ ਲੱਗਾ ਕਿ ਤੁਹਾਡੇ ਕੋਲ ਪੈਸੇ ਹੀ ਨਹੀਂ, ਤੁਹਾਡੇ ਕੋਲ ਪਾਵਰ ਹੋਣੀ ਵੀ ਬਹੁਤ ਜ਼ਰੂਰੀ ਹੈ। ਓਕੇ। ਤੋ ਦੈਨ ਆਈ ਥੌਟ ਕਿ ਚੈਲੰਜ ਹੀ ਮਿਲਿਆ ਇੱਕ ਤਰ੍ਹਾਂ ਦਾ। ਦੈਟ ਵਾਸ ਆਲਸੋ ਯੈਸ, ਦੈਟ ਵਾਸ ਆਲਸੋ ਚੈਲੰਜ। ਤੇ ਮੈਂ ਫਿਰ ਸੋਚਿਆ ਵੀ ਚਲੋ ਲੈਟਸ ਟਰਾਈ ਪੋਲਿਟਿਕਸ। ਤੇ ਉਸ ਤੋਂ ਬਾਅਦ ਫਿਰ ਮੈਂ 2010 ਤੋਂ ਬਾਅਦ ਦੈਨ ਆਈ ਸਟਾਰਟਡ ਸੋਸ਼ਲ ਸਰਵਿਸ। ਤਾਂ ਪਹਿਲਾਂ ਹੀ ਸਾਡਾ ਮੈਡੀਕਲ ਫੀਲਡ ਦਾ ਵੈਸੇ ਸਮਾਜ ਸੇਵਾ ਦਾ ਇੱਕ ਕਿੱਤਾ ਹੈ। ਪਹਿਲਾਂ ਵੀ ਮੈਂ ਹਮੇਸ਼ਾ ਜਿੰਨੀ ਕੋਈ ਗਰੀਬੀ ਦੇਖੀ ਸੀ ਜੀ, ਮੇਰੇ ਕੋਲ ਕਦੀ ਕਲੀਨਿਕ 'ਚ ਅੱਜ ਵੀ ਕੋਈ ਗਰੀਬ ਆਉਂਦਾ ਜਾਂ ਉਦੋਂ ਵੀ ਆਉਂਦਾ ਸੀ, ਜੇ ਕੋਈ ਵਿਚਾਰਾ ਕਈ ਵਾਰੀ ਪੈਸੇ ਲੈਣੇ ਉਹ ਤੋਂ ਤੇ 10-10 ਰੁਪਏ ਗਿਣ ਕੇ ਵਿਚਾਰੇ ਨੇ ਕੱਢਣੇ, ਤਾਂ ਫਿਰ ਲੱਗਦਾ ਹੁੰਦਾ ਤੂੰ ਰਹਿਣ ਦੇ। ਔਰ ਕਈ ਐਸੇ ਪੇਸ਼ੈਂਟ ਵੀ ਆਏ ਆ ਜਿਹਨਾਂ ਕੋਲ ਕੁਝ ਵੀ ਨਹੀਂ ਸੀ ਹੁੰਦਾ, ਫ੍ਰੀ ਵੀ ਕਰਨਾ ਔਰ ਘਰ ਨੂੰ ਜਾਣ ਦੇ ਲਈ ਬੱਸ ਦੇ ਪੈਸੇ ਵੀ ਕਿਰਾਇਆ ਦੇਣਾ। ਸੋ ਉਹ ਜਿਹੜੇ ਸਮਾਜ ਸੇਵਾ ਜਿਹੜੀ ਸੀ ਉਹ ਕਿਤੇ ਨਾ ਕਿਤੇ ਮੇਰੀ ਬਹੁਤ ਉਸਨੇ ਮਦਦ ਕੀਤੀ। ਔਰ ਮੈਂ ਜਦੋਂ ਪੋਲਿਟਿਕਸ 'ਚ ਵੀ ਆਇਆ ਤੇ ਉਹ ਸਮਾਜ ਸੇਵਾ ਦੇ ਸਦਕਾ 2017 ਜਦੋਂ ਮੈਂ ਇਲੈਕਸ਼ਨ ਵੀ ਲੜਿਆ ਤੇ ਉਹ ਵੀ ਬੜਾ ਕਮਾਲ ਦਾ ਇਲੈਕਸ਼ਨ ਸੀ। ਜਿੱਥੋਂ ਮੈਨੂੰ ਸੀਟ ਮਿਲੀ ਉੱਥੇ ਕਾਂਗਰਸ ਪਿਛਲੇ 45 ਸਾਲਾਂ ਤੋਂ ਜਿੱਤੀ ਨਹੀਂ। ਮੈਂ ਤੁਹਾਨੂੰ ਇਹੋ ਗੱਲ ਤੇ ਆਉਣ ਲੱਗਿਆ ਸੀ, ਅਚਾਨਕ ਤੁਸੀਂ ਪੋਲਿਟਿਕਸ ਵੀ ਆਏ, ਅਚਾਨਕ ਤੁਹਾਨੂੰ ਅਸੈਂਬਲੀ ਦੀ ਸੀਟ ਵੀ ਮਿਲ ਗਈ, ਉਹਦਾ ਕਿਸ ਤਰ੍ਹਾਂ ਫਿਰ ਕੋਈ ਨਹੀਂ? ਕਿਉਂਕਿ ਸਪੈਸ਼ਲ ਅਪਰੋਚ ਸੀ ਕਿ ਉੱਤੋਂ ਨਹੀਂ, ਜਦੋਂ ਨਹੀਂ, ਹਾਂ ਮੈਂ ਉਹ ਵੀ ਤੁਹਾਨੂੰ ਦੱਸਦਾ ਕਿ ਜਦੋਂ ਫੀਲਡ ਸਰਵੇ ਹੋਇਆ ਉਹਨਾਂ ਨੇ ਆਪਣਾ ਸਰਵੇ ਕਰਵਾਇਆ। ਅੱਛਾ ਜੀ। ਨਹੀਂ ਤੁਸੀਂ ਉਦੋਂ ਕਾਂਗਰਸ ਦਾ ਪਹਿਲਾਂ ਮੈਂ ਕਰੋੜਾਂ ਰੁਪਏ ਦਾ ਸੀਟ ਲੈਣ ਲਈ ਦੇਣੇ ਪੈਂਦੇ ਜੀ ਐਜ਼ ਅ ਮੈਂਬਰ। ਤਾਂ ਮੈਂ ਜਦੋਂ ਪਹਿਲਾਂ ਹੀ ਜੁੜਿਆ ਹੋਇਆ ਸੀ ਪਾਰਟੀ ਨਾਲ ਜੁੜੇ ਸੀ ਤੇ ਜਦੋਂ ਪਾਰਟੀ ਨਾਲ ਜੁੜਿਆ ਹੋਇਆ ਸੋਚਿਆ ਨਹੀਂ ਸੀ ਕਦੇ ਐਮਐਲਏ ਤੱਕ ਵੀ ਪਹੁੰਚ ਜਾਓਗੇ, ਕਦੇ ਵੀ ਨਹੀਂ, ਨੈਵਰ। ਕਿਉਂਕਿ ਅੱਛਾ ਉਹਨਾਂ ਨੂੰ ਵੀ ਇਹ ਸੀ ਵੀ ਯਾਰ ਇਹ 45 ਸਾਲ ਤੋਂ ਸੀਟ ਹਾਰ ਰਹੀ ਆ ਤੇ ਜੇ ਇਹਨੂੰ ਦੇ ਵੀ ਦਿੱਤੀ ਤਾਂ ਸਾਡੀ ਸੀਟ ਤਾਂ ਪਹਿਲਾਂ ਵੀ ਹਾਰੀ ਹੋਈ, ਹਾਊ ਡਜ਼ ਇਟ ਮੈਟਰ। ਸੋ ਮੈਨੂੰ 2017 ਜਦੋਂ ਸੀਟ ਮਿਲੀ, ਜਦੋਂ ਮੈਂ ਲੜ ਰਿਹਾ ਸੀ ਜੀ, ਤਾਂ ਵਾਕਿਆ ਮੇਰੇ ਜਿਹੜਾ ਡਰ ਸੀ ਇੱਕ ਇਹ ਵੀ ਸੀ ਵੀ ਕਿਉਂਕਿ ਪਹਿਲਾਂ ਵੀ ਬਹੁਤ ਸਾਰੇ ਉਮੀਦਵਾਰ 45 ਸਾਲ 'ਚ ਹਾਰ ਚੁੱਕੇ ਸੀ ਜੀ, ਪਰ ਇਹ ਵੀ ਲੋਕਾਂ ਨੇ ਮੇਰੀ ਸਮਾਜ ਸੇਵਾ ਨੂੰ, ਮੇਰੇ ਬਿਹੇਵੀਅਰ ਨੂੰ ਲੋਕਾਂ ਨੇ ਸਰਾਹਿਆ, ਪਿਆਰ ਦਿੱਤਾ
ਔਰ 2017 ਦੇ ਵਿੱਚ 45 ਸਾਲ ਬਾਅਦ ਕਾਂਗਰਸ ਉੱਤੋਂ 30,000 ਦੇ ਫਰਕ ਨਾਲ ਜਿੱਤੀ। ਔਰ ਹੁਸ਼ਿਆਰਪੁਰ ਦੇ ਵਿੱਚ ਮੇਰੀ ਸਭ ਤੋਂ ਵੱਡੀ ਲੀਡ ਸੀ ਉਦੋਂ। ਬਹੁਤ ਅੱਛੇ। ਸੋ ਮੈਂ ਆਪਣੀ ਜਨਤਾ ਦਾ, ਆਪਣੇ ਸਾਥੀਆਂ ਦਾ, ਮੇਰੇ ਜਿਨ੍ਹਾਂ ਨੇ ਮੇਰੇ ਨਾਲ ਹਮੇਸ਼ਾ ਰਹੇ ਆ, ਮੇਰੀ ਟੀਮ ਦਾ ਮੈਂ ਰਹਿਣੀ ਆ ਕਿ ਉਹਨਾਂ ਨੇ ਇਸ ਕਾਮਯਾਬੀ ਦੇ ਵਿੱਚ ਮੇਰਾ ਬਹੁਤ ਵੱਡਾ ਸਾਥ ਦਿੱਤਾ। ਦੁਬਾਰਾ ਫੇਰ ਤੁਸੀਂ ਜਿੱਤੇ। ਔਰ ਜਦੋਂ ਫਿਰ ਸਾਡੀ ਸਰਕਾਰ ਆਈ 17 ਦੇ ਵਿੱਚ, ਹਾਂਜੀ, ਔਰ ਸਰਕਾਰ ਦੇ ਵਿੱਚ ਰਹਿੰਦੇ ਹੋਏ ਬਹੁਤ ਕੰਮ ਕੀਤੇ ਜੀ। ਮਤਲਬ ਜੇ ਵਿਕਾਸ ਦੀ ਗੱਲ ਕਰੀਏ ਤਾਂ ਕੋਈ ਡਿਵੈਲਪਮੈਂਟ ਦਾ ਕੋਈ ਐਸਾ ਕੰਮ ਨਹੀਂ ਸੀ ਜਿਹੜਾ ਆਪਣੇ ਹਲਕੇ 'ਚ ਨਾ ਕੀਤਾ ਹੋਵੇ। ਚਾਹੇ ਉਹ ਇੰਸਟੀਟਿਊਸ਼ਨਸ ਦਾ ਕੰਮ ਸੀ, ਕਾਲਜ ਦਾ ਕੰਮ ਸੀ, ਇਨਫਰਾਸਟ੍ਰਕਚਰ ਦਾ ਕੰਮ ਸੀ, ਪਿੰਡਾਂ ਦੇ ਵਿਕਾਸ ਦਾ ਕੰਮ ਸੀ, ਸਟੇਡੀਅਮਸ ਦਾ ਕੰਮ ਸੀ। ਸੋ ਜਿੱਥੇ ਵੀ ਸਾਡੇ ਸਾਥੀਆਂ ਨੇ ਜੋ ਵੀ ਕਿਹਾ, ਤੇ ਪਿੰਡਾਂ ਦੇ ਵਿੱਚ ਬਾ ਕਮਾਲ ਜਿਹੜਾ ਆਪਣੇ ਹਲਕੇ ਦੇ ਵਿੱਚ ਵਿਕਾਸ ਕੀਤਾ। ਔਰ 22 'ਚ ਫਿਰ ਜਦੋਂ ਦੁਬਾਰਾ ਟਿਕਟ ਫਿਰ ਮਿਲੀ ਤੇ 22 'ਚ ਚੋਣ ਜਿਹੜੇ ਲੜਨੀ ਸੀ ਉਹ 17 ਨਾਲੋਂ ਵੀ ਵੱਡਾ ਚੈਲੰਜ ਸੀ। ਅੱਛਾ। ਕਿਉਂਕਿ ਇੱਕ ਬਦਲਾਅ ਦੀ ਥੋੜਾ ਜਿਹਾ ਸਿਸਟਮ, ਬਦਲਾਅ ਦੀ ਨੇਰੀ ਚੱਲ ਰਹੀ ਸੀ। ਕੋਈ ਸਾਡੇ ਪਾਰਟੀ ਦੇ ਖਿਲਾਫ, ਕੁਝ ਐਂਟੀ ਇਨਕਮੈਂਸੀ ਕੈਂਡੀਡੇਟ ਖਿਲਾਫ ਵੀ ਹੁੰਦੀ ਆ, ਪਾਰਟੀ ਖਿਲਾਫ ਵੀ ਸੀ। ਜੀ ਬਿਲਕੁਲ। ਪਰ ਇਹ ਵੀ ਉਸ ਬਦਲਾਅ ਦੀ ਨੇਰੀ 'ਚ ਜਿੱਥੇ ਬੜੇ ਤੁਰੰਦਰ ਸੀਐਮ, ਐਕਸ ਸੀਐਮ, ਜਿੱਥੇ ਮਤਲਬ ਬੜੇ ਪਲੇਅਰਸ ਜਿਹੜੇ ਸੀ, ਉਹ ਜਦੋਂ ਉਸ ਹਨੇਰੀ ਦੇ ਵਿੱਚ ਉੜ ਗਏ ਤੇ ਉਸ ਹਨੇਰੀ ਦੇ ਵਿੱਚ ਵੀ ਮੇਰੇ ਲੋਕਾਂ ਨੇ, ਮੇਰੇ ਹਲਕੇ ਦੇ ਸਾਥੀਆਂ ਨੇ ਮੇਰੇ ਨਾਲ ਖੜੇ ਹੋ ਕੇ ਮੇਰਾ ਸਾਥ ਦਿੱਤਾ। ਔਰ ਹੁਸ਼ਿਆਰਪੁਰ 'ਚ 7 ਅਸੈਂਬਲੀ ਸੀਟਾਂ ਨੇ ਔਰ 7 ਚੋਂ ਇੱਕ ਕਾਂਗਰਸ ਜਿੱਤੀ, ਉਹ ਮੇਰੇ ਵਾਲੀ ਸੀ। ਓਕੇ। ਔਰ 22 'ਚ ਦੁਬਾਰਾ ਫਿਰ ਚੁਣਾਵ। ਵੈਰੀ ਨਾਈਸ। ਤੁਸੀਂ ਇਲੈਕਸ਼ਨ 2 ਵਾਰੀ ਜਿੱਤੀ ਹੈ, ਦੂਜੀ ਵਾਰੀ ਵੀ ਜਿੱਤ ਗਏ, ਪਹਿਲਾਂ ਵੀ ਜਿੱਤੇ। ਪਹਿਲਾਂ ਦੀ ਸਿਚੁਏਸ਼ਨ ਇਸ ਤਰ੍ਹਾਂ ਸੀਗੀ, ਉਦੋਂ ਵੀ ਬਦਲਾਅ ਆਇਆ ਸੀ ਜੀ। ਲੋਕਾਂ ਨੇ ਬਦਲਾਅ ਕਰਕੇ ਕਾਂਗਰਸ ਪਾਰਟੀ ਨੂੰ ਲੈ ਕੇ ਆਉਂਦਾ ਸੀ ਉਦੋਂ। ਪਰ ਆਮ ਤੌਰ ਤੇ ਜਿਹੜੀ ਆਮ ਜਨਤਾ ਸੀ 4.5 ਮਹੀਨਿਆਂ ਬਾਅਦ ਕੀ ਇੱਕਦਮ ਇਹੋ ਜਿਹਾ ਪਲਟਾ ਖਾ ਗਈ ਕਿ ਉਹ ਕਾਂਗਰਸ ਨੂੰ ਐਡੀ ਵੱਡੀ ਹਾਰ ਦਾ ਮੂੰਹ ਦੇਖਣਾ ਪਿਆ? ਦੇਖੋ, ਸਾਡੀ ਜਦੋਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ 17 ਦੇ ਵਿੱਚ ਵੀ ਇੱਕ ਬਦਲਾਅ ਦੀ ਨੀਤੀ ਸੀ। ਔਰ ਪਰ ਸਾਡੀ ਗਲਤੀ ਇਹ ਸੀ ਕਿ ਅਸੀਂ ਉਦੋਂ ਇਹ ਸੋਚਿਆ ਸੀ, ਜਾਂ ਸਾਡੀ ਪਾਰਟੀ ਨੇ, ਸਾਡੇ ਪਾਰਟੀ ਦੇ ਲੀਡਰਸ ਨੇ ਸੋਚਿਆ ਸੀ ਕਿ ਸ਼ਾਇਦ ਉਹ ਜਿੱਤ ਸਾਡੀ ਹੈ ਜੀ। ਪਰ ਉਹ ਜਿੱਤ ਅਸਲ ਦੇ ਵਿੱਚ ਉਹ ਬਦਲਾਅ ਦੀ ਜਿੱਤ ਸੀ। ਉਦੋਂ ਵੀ ਲੋਕਾਂ ਨੇ ਅਕਾਲੀਆਂ ਨੂੰ ਹਰਾਇਆ ਸੀ, ਸ਼੍ਰੋਮਣੀ ਅਕਾਲੀ ਦਲ ਨੂੰ ਹਰਾਇਆ ਸੀ, ਉਹਨਾਂ ਦੀ ਨੀਤੀਆਂ ਨੂੰ ਹਰਾਇਆ ਸੀ ਤੇ ਕਾਂਗਰਸ ਜਿੱਤੀ ਸੀ। ਔਰ ਹੁਣ ਜਦੋਂ 95 ਸੀਟਾਂ ਹੈ, ਮੈਂ ਤਾਂ ਇਹਨਾਂ ਨੂੰ, ਆਮ ਆਦਮੀ ਪਾਰਟੀ ਨੂੰ ਵੀ ਕਹਿਣਾ ਚਾਹੁੰਦਾ ਵੀ ਖੁਸ਼ ਹੋਣ ਦੀ ਕੋਈ ਲੋੜ ਨਹੀਂ ਆ। ਲੋਕਾਂ ਨੇ ਇਸ ਵਾਰ ਵੀ ਇਹਨਾਂ ਨੂੰ ਨਹੀਂ ਜਿਤਾਇਆ। ਇਹ ਤਾਂ ਇੱਕ ਬਦਲਦੇ ਰੂਪ ਦੇ ਵਿੱਚ ਇਹਨਾਂ ਦੀ ਕੋਈ ਹੋਰ ਵੀ ਹੁੰਦਾ, ਸ਼ਾਇਦ ਉਹਨੂੰ ਵੀ 92 ਸੀਟਾਂ ਹੀ ਆਉਂਦੀਆਂ। ਤੇ ਲੋਕਾਂ ਨੇ ਇਸ ਵਾਰ ਵੀ ਰਵਾਇਤੀ ਪਾਰਟੀਆਂ ਨੂੰ ਨਕਾਰਿਆ। ਸੋ ਰਵਾਇਤੀ ਪਾਰਟੀਆਂ ਨੂੰ ਨਕਾਰਿਆ। ਇਹਨਾਂ ਨੂੰ ਨਕਾਰਦੇ ਤਾਂ ਲੋਕੀ ਤਾਂ ਹੈ ਨਾ ਵੀ ਜਦੋਂ ਉਹ ਦੇਖਦੇ ਆ ਵੀ ਸਿਸਟਮ ਠੀਕ ਨਹੀਂ ਚੱਲ ਰਿਹਾ, ਜੋ ਉਹਨਾਂ ਦੀ ਰਿਕੁਆਇਰਮੈਂਟ ਸੀ, ਜੋ ਤੁਸੀਂ ਪਾਰਟੀ ਵੱਲੋਂ ਵਾਅਦੇ ਕੀਤੇ ਸੀ, ਉਹ ਪੂਰੇ ਨਹੀਂ ਹੋਏ। ਦੇਖੋ, ਜਿੱਥੇ ਤੱਕ ਵਾਅਦਿਆਂ ਦੀ ਗੱਲ ਆ, ਵਾਅਦਿਆਂ ਦੇ ਵਿੱਚ ਸਭ ਤੋਂ ਜ਼ਰੂਰੀ ਗੱਲ ਹੁੰਦੀ ਵਿਕਾਸ। ਔਰ ਜੇਕਰ ਵਿਕਾਸ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਜਿਹੜਾ ਵਿਕਾਸ ਹੈ ਉਹ ਬਹੁਤ ਜ਼ਿਆਦਾ ਵਿਕਾਸ ਹੋਇਆ। ਔਰ ਜੇਕਰ ਆਪਾਂ ਕਰਜ਼ ਮਾਫੀ ਦੀ ਗੱਲ ਕਰੀਏ, ਕਿਸਾਨੀ ਦੀ ਕਰਜ਼ ਮਾਫੀ ਇਤਿਹਾਸ 'ਚ ਅੱਜ ਤੱਕ ਨਹੀਂ ਹੋਈ। ਤੇ ਉਹ ਸਾਡੀ ਸਰਕਾਰ ਨੇ ਲਗਭਗ 5500 ਕਰੋੜ ਦੇ ਕਰਜ਼ੇ, ਜਿਹੜੇ ਲਗਭਗ 5.5 ਲੱਖ ਕਿਸਾਨਾਂ ਦੇ ਕਰਜ਼ੇ ਜਿਹੜੇ ਮਾਫ ਹੋਏ ਉਦੋਂ। ਤੇ ਇੱਥੋਂ ਤੱਕ ਕਿ ਜੇ ਕਰਜ਼ੇ ਮਾਫ ਹੋਏ ਫਿਰ ਵੀ ਕਿਸਾਨ ਜਿਹੜੇ ਆ ਉਹ ਖੁਦਕੁਸ਼ੀਆਂ ਕਿਉਂ ਕਰ ਰਹੇ ਸੀ? ਜੀ, ਮੈਂ ਦੱਸ, ਖੇਤ ਮਜ਼ਦੂਰਾਂ ਦੇ ਇਵਨ ਜਿਹੜੇ ਕਰਜ਼ੇ ਸੀ 520 ਕਰੋੜ, ਲਗਭਗ 6000 ਕਰੋੜ ਦੇ ਜਿਹੜੇ ਕਰਜ਼ੇ ਆ ਉਹ ਮਾਫ ਹੋਏ। ਜੋ ਕਿਸਾਨ ਦੀਆਂ ਜਿਹੜੀਆਂ ਆਤਮ ਹੱਤਿਆਵਾਂ ਦਾ ਸਭ ਤੋਂ ਵੱਡਾ ਕਾਰਨ ਆ, ਮੈਂ ਇੱਕ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਡਾਟਾ ਵੀ ਪੜ੍ਹ ਰਿਹਾ ਸੀ ਕਿ ਮੇਰਾ ਖਿਆਲ ਕਿ 2010 ਤੋਂ ਲੈ ਕੇ 18 ਤੱਕ ਕਰੀਬ 9000 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ। ਔਰ ਅੱਜ ਵੀ ਜਿਹੜੇ ਕਿਸਾਨ ਹੈ ਉਹ ਨਿਰੰਤਰ ਖੁਦਕੁਸ਼ੀਆਂ ਕਰ ਰਹੇ ਨੇ। ਸੋ ਮੈਂ ਸਮਝਦਾ ਕਿਤੇ ਨਾ ਕਿਤੇ ਸਰਕਾਰਾਂ ਦਾ ਬਹੁਤ ਵੱਡਾ ਦੋਸ਼ ਹੈ, ਕਸੂਰ ਹੈ। ਔਰ ਕਿਤੇ ਨਾ ਕਿਤੇ ਉਹ ਕਿਸਾਨੀ ਨੂੰ ਸਮਝਣ ਦੇ ਵਿੱਚ ਅਸਫਲ ਹੋਏ ਆ। ਔਰ ਕਿਸਾਨੀ ਨੂੰ ਡਾਇਵਰਸੀਫਿਕੇਸ਼ਨ ਦੇ ਵੱਲ ਲੈ ਕੇ ਜਾਣਾ ਸੀ, ਉਸ ਨੂੰ ਵੀ ਸਿੰਸੀਅਰਲੀ ਜਿਹੜਾ ਇੱਕ ਆਪਾਂ ਕਿਤੇ ਨਾ ਕਿਤੇ ਲੈ ਕੇ ਨਹੀਂ ਜਾ ਪਾਏ, ਉਹਨਾਂ ਨੂੰ ਅਸੀਂ ਅਪਡੇਟ ਨਹੀਂ ਕਰ ਪਾਏ, ਜਿਸ ਕਰਕੇ ਜਿਹੜੀ ਸਾਡੀ ਕਿਸਾਨੀ ਹੈ ਉਹ ਅੱਜ ਵੀ ਪਰੇਸ਼ਾਨ। ਕਿਸਾਨ ਅੱਜ ਵੀ, ਤੁਸੀਂ ਦੇਖਿਆ ਹੋਣਾ ਵੀ ਪਿੱਛੇ ਕਿਸਾਨ ਅੰਦੋਲਨ, ਜਿਹੜਾ ਇਤਿਹਾਸਿਕ ਕਿਸਾਨ ਅੰਦੋਲਨ, ਐਡਾ ਵੱਡਾ ਕਿਸਾਨ ਅੰਦੋਲਨ ਕਦੀ ਇਤਿਹਾਸ 'ਚ ਨਹੀਂ ਹੋਇਆ। ਔਰ ਉਹ ਕਿਸਾਨ ਅੰਦੋਲਨ ਦਾ ਕਾਰਨ ਸਭ ਤੋਂ ਵੱਡਾ ਇਹ ਸੀ ਕਿ ਜਿਹੜੇ 3 ਕਾਲੇ ਕਾਨੂੰਨ ਲਿਆਂਦੇ ਜਾ ਰਹੇ ਸੀ ਉਹ ਕਿਸਾਨੀ ਦੇ ਖਿਲਾਫ ਸੀ। ਔਰ ਸਾਡੇ ਪੰਜਾਬ ਦੇ ਕਿਸਾਨਾਂ ਨੇ ਇੱਕ ਐਗਜ਼ਾਮਪਲ ਬਣ ਕੇ, ਇੱਕ ਰੋਲ ਮਾਡਲ ਬਣ ਕੇ ਇਹ ਸਿੱਧ ਕਰਤਾ ਵੀ ਸਾਡਾ ਜਿਹੜਾ ਕਿਸਾਨ ਹੈ ਉਹ ਜਿੱਦਾਂ ਪੰਜਾਬੀ ਸ਼ਹੀਦੀਆਂ ਦੇ ਵਿੱਚ ਅੱਗੇ ਰਹੇ ਹਮੇਸ਼ਾ, ਕਿ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। 80% ਸ਼ਹੀਦੀਆਂ ਜਿਹੜੀਆਂ ਪੰਜਾਬੀਆਂ ਨੇ ਦਿੱਤੀਆਂ। ਸੋ ਸਾਡੇ ਕਿਸਾਨ ਵੀ ਅੱਜ ਵੀ, ਬੇਸ਼ੱਕ ਪਰ ਕੈਪੀਟਾ ਇਨਕਮ ਸਾਡੀ ਸਾਰੇ ਦੇਸ਼ ਸਭ ਤੋਂ ਜ਼ਿਆਦਾ ਹੈ, ਪਰ ਸਾਡਾ ਕਿਸਾਨ ਅੱਜ ਵੀ ਇਹ ਚਾਹੁੰਦਾ ਵੀ ਉਹ ਹੋਰ
ਬੈਟਰ ਹੋਣ, ਹੋਰ ਅਮੀਰ ਹੋਣ। ਐਕਚੁਅਲੀ ਜਿਹੜਾ ਅਸੀਂ ਕੈਲਕੂਲੇਟ ਕਰਦੇ ਹੁੰਦੇ, ਕੈਲਕੂਲੇਸ਼ਨ ਕਰਦੇ ਆ, ਉਹਦੇ 'ਚ ਹੁੰਦਾ ਵੀ ਕਿਸਾਨਾਂ ਨੇ ਖਰਚੇ ਬਹੁਤ ਵਧਾ ਲਏ ਆਪਣੇ, ਉਨੀ ਇਨਕਮ ਨਹੀਂ ਹੈਗੀ ਜਿੰਨੇ ਇਹਨਾਂ ਨੇ ਲੋਨ ਲੈ ਲਏ, ਇਹ ਵਿਆਹਾਂ ਦੇ ਖਰਚੇ ਵਧਾ ਲਏ, ਟਰੈਕਟਰ ਵੱਡੇ ਲੈ ਲਏ, ਗੱਡੀਆਂ ਵੱਡੀਆਂ ਲੈ ਲਈਆਂ, ਹੈ ਜੀ, ਫਾਰਮ ਹਾਊਸ ਬਣਾ ਲਏ। ਉਹ ਜਦੋਂ ਕਰਜ਼ਾ ਨਹੀਂ ਦਿੱਤਾ ਜਾਂਦਾ ਫਿਰ ਉਹ ਖੁਦਕੁਸ਼ੀਆਂ ਵੱਲ ਦੇਖੋ ਕਿਸਾਨੀ ਸਾਡੀ ਜਿਹੜੀ ਆ ਉਹ ਐਸੀ ਗੱਲ ਨਹੀਂ ਹੈ, ਮੈਂ ਸਮਝਦਾ ਕਿ ਉਹ ਵੀ ਉਹਨਾਂ ਦੇ ਬੇਸਿਕ ਕੰਮ ਨੇ, ਵਿਆਹ ਵੀ ਕਰਨੇ ਆ ਬੱਚਿਆਂ ਦੇ, ਪਰ ਓਵਰ ਬਜਟ ਹੋਏ, ਹੋਰ ਵੀ ਖਰਚੇ ਚਾਦਰ ਦੇਖ ਕੇ ਨਹੀਂ ਪਸਾਰਿਆ ਜਾਂਦਾ, ਨੇ ਹੋਰ ਵੀ ਖਰਚੇ ਕਰਨੇ ਨੇ, ਉਹ ਵੀ ਖਰਚੇ ਉਹ ਠੀਕ ਨੇ, ਮੈਂ ਸਮਝਦਾ ਆਪਣੀ ਜਗ੍ਹਾ ਤੇ ਉਹ ਜ਼ਿਆਦਾ ਨਹੀਂ ਆ। ਪਰ ਅੱਜ ਮੈਂ ਆਪਣੇ ਕਿਸਾਨ ਨੂੰ ਵਧਾਈ ਦਿੰਦਾ ਕਿ ਉਸ ਕਿਸਾਨ ਨੇ ਆਪਣਾ ਜੇ ਬਚਾਅ ਕੀਤਾ ਤਾਂ ਉਸ ਕਿਸਾਨ ਨੇ ਸਮਝਿਆ, ਉਸ ਕਿਸਾਨ ਨੇ ਆਪਣੇ ਬੱਚਿਆਂ ਨੂੰ ਸਿੱਖਿਅਤ ਕੀਤਾ, ਔਰ ਉਸ ਤੁਹਾਡੇ ਵਰਗੇ ਬੱਚੇ ਜਿਹੜੇ ਆ ਵੱਡੇ ਹੋਏ ਅੱਜ ਇੱਥੇ ਵਿਦੇਸ਼ ਦੇ ਵਿੱਚ ਆਏ ਆ, ਔਰ ਸਾਡੀ ਕਿਸਾਨੀ ਨੂੰ ਉਸ ਤੋਂ ਬਹੁਤ ਵੱਡਾ ਸਪੋਰਟ ਆ। ਜੇ ਦੁਆਬੇ ਦੇ ਵਿੱਚ ਕਿਸਾਨ ਥੋੜੇ ਬੈਟਰ ਨੇ ਜਾਂ ਮਾਲ ਵਿੱਚ ਉਸ ਤੋਂ ਥੋੜੇ ਜਿਹਾ ਬੈਟਰ ਜੇ ਕਿਤੇ ਨੇ, ਤਾਂ ਉਹ ਸਾਡੇ NRI ਵੀਰਾਂ ਦਾ ਬਹੁਤ ਵੱਡਾ ਸਹਿਯੋਗ ਆ। ਪਰ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਉਹਨਾਂ ਦੇ ਖਰਚੇ ਨਹੀਂ ਵਧੇ, ਖਰਚੇ ਉਹਨਾਂ ਦੇ ਪਰਸਨਲ ਨਹੀਂ ਵਧੇ, ਬਟ ਜਿਹੜੀ ਇਨਪੁਟ ਕਾਸਟ ਆ, ਚਾਹੇ ਖਾਦਾਂ ਦੀ ਤੁਸੀਂ ਗੱਲ ਕਰ ਲਓ, ਉਹਨਾਂ ਦੀਆਂ ਕੀਮਤਾਂ ਦੀ ਗੱਲ ਕਰ ਲਓ, ਜਿਹੜੇ ਐਗਰੀਕਲਚਰ ਇਕਵਿਪਮੈਂਟਸ ਦੀ ਗੱਲ ਕਰ ਲਓ, ਉਹਨਾਂ ਤੇ ਵੀ GST ਲੱਗੀ, ਔਰ ਉਹਨਾਂ ਦੀਆਂ ਕਾਸਟ ਇੰਨੀਆਂ ਵੱਧ ਚੁੱਕੀਆਂ ਨੇ, ਜਿਹੜੀਆਂ ਇਨਪੁੱਟ ਕਾਸਟ ਆ ਉਹ ਜਦੋਂ ਅੱਛਾ ਜੇ MSP ਦੇ ਨਾਂ ਤੇ ਕੀ ਕੀਤਾ ਜਾਂਦਾ, MSP ਵੀ ਤੁਸੀਂ 11 ਫਸਲਾਂ ਤੇ MSP ਦਿੰਦੇ ਆ ਸਿਰਫ, ਔਰ MSP ਮੇਰਾ ਖਿਆਲ ਫਿਲਹਾਲ ਤੇ ਕਣਕ ਤੇ ਚਾਵਲ ਤੇ ਉਹ ਵੀ ਪੰਜਾਬ 'ਚ ਮਿਲ ਰਹੀ ਹੈ, ਬਾਕੀ ਜਾਂ ਹਰਿਆਣੇ ਮਿਲ ਰਹੀ ਆ, ਹੋਰ ਤਾਂ ਕਿਤੇ ਨਹੀਂ ਮਿਲ ਰਹੀ। ਸਰਕਾਰ ਜਿਹੜੀ ਹੈ, ਸਰਕਾਰ ਨੂੰ ਬਿਲਕੁਲ ਫੋਕਸ ਹੋ ਕੇ ਉਹਨਾਂ ਦੀ MSP ਤੇ, ਉਹਨਾਂ ਦੀ ਇਨਪੁਟ ਕਾਸਟ ਤੋਂ ਇਲਾਵਾ ਯੂਨੀਅਨ ਮੋਦੀ ਸਰਕਾਰ ਕਹਿੰਦੀ ਸੀ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਾਂਗੇ, ਕਿਸਾਨ ਤਾਂ ਅੱਜ ਵੀ ਉੱਥੇ ਬੈਠਾ। ਗੱਲ ਉਹਨਾਂ ਦੀ ਕਿਸਾਨੀ ਜਿਹੜੀ ਗਰੀਬ ਹੋ ਰਹੀ ਆ, ਉਹਦਾ ਸਭ ਤੋਂ ਵੱਡਾ ਕਾਰਨ ਹੈ ਤੇ ਸਰਕਾਰਾਂ ਜਿਹੜੀਆਂ, ਚਾਹੇ ਉਹ ਸੂਬਾ ਸਰਕਾਰਾਂ ਹੋਣ, ਚਾਹੇ ਯੂਨੀਅਨ ਗਵਰਨਮੈਂਟ ਹੋਵੇ, ਕੇਂਦਰ ਸਰਕਾਰ ਹੋਵੇ, ਉਹਨਾਂ ਦੀ ਇਨਪੁਟ ਕਾਸਟ ਬਾਰੇ ਬਿਲਕੁਲ ਵੀ ਚਿੰਤਤ ਨਹੀਂ। ਜੇ ਮੈਂ ਸਮਝਦਾ ਕਰਜ਼ ਮਾਫੀ ਨਾ ਕਰਨ, ਉਹਨਾਂ ਦੀ ਇਨਪੁਟ ਕਾਸਟ ਘੱਟ ਕਰ ਦਿੱਤੀ ਜਾਵੇ, ਜਾਂ ਖਾਦਾਂ ਦੀਆਂ ਕੀਮਤਾਂ, ਐਗਰੀਕਲਚਰ ਇਕਵਿਪਮੈਂਟਸ ਦੀ ਜਿਹੜੀ ਮਜ਼ਦੂਰੀ ਇਵਨ ਤੱਕ ਕਿ ਬਹੁਤ ਮਹਿੰਗੀ ਹੋ ਗਈ ਹੈ, ਸੋ ਕਿਸਾਨੀ ਨੂੰ ਜਿਹੜਾ ਕੁਝ ਪੱਲੇ ਨਹੀਂ ਪੈ ਰਿਹਾ, ਕਿਸਾਨੀ ਤੇ ਧਿਆਨ ਦੇਣ ਦੀ ਜ਼ਰੂਰਤ ਹੈ। ਤੁਹਾਡੇ ਲੀਡਰ ਕੈਪਟਨ ਅਮਰਿੰਦਰ ਸਿੰਘ ਉਦੋਂ ਮੁੱਖ ਮੰਤਰੀ ਵੀ ਸੀ ਤੇ ਪ੍ਰਧਾਨ ਵੀ ਸੀ ਪਾਰਟੀ ਦੇ, ਉਹਨਾਂ ਨੇ ਗੁਟਕਾ ਚੁੱਕ ਕੇ ਸਹੁੰ ਖਾਧੀ ਸੀ, ਉਹਦਾ ਕਾਫੀ ਜ਼ਿਆਦਾ ਬੈਡ ਇੰਪੈਕਟ ਪਿਆ ਤੁਹਾਡੇ ਪਾਰਟੀ ਦਾ ਦੁਆਰਾ ਜਿੱਤਣ ਤੋਂ। ਮੇਰਾ ਖਿਆਲ ਆ ਵੀ ਸਭ ਤੋਂ ਵੱਡਾ ਜਿਹੜਾ ਰੀਜ਼ਨ ਸੀ ਉਹ ਬਣਿਆ ਕਿ ਜੋ ਉਹਨਾਂ ਨੇ ਸਹੁੰ ਚੁੱਕ ਕੇ ਕਿਹਾ ਸੀ ਉਹ ਉਹਨਾਂ ਨੇ ਕੀਤਾ ਨਹੀਂ, ਚਾਹੇ ਉਹ ਨਸ਼ਿਆਂ ਦਾ ਸੀ, ਚਾਹੇ ਭ੍ਰਿਸ਼ਟਾਚਾਰ ਦਾ ਸੀ, ਜਾਂ ਚਾਹੇ ਹੋਰ ਮਾਮਲੇ ਸੀ। ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਪਾਰਟੀ ਦੇ ਵਿੱਚ ਕਿਤੇ ਨਾ ਕਿਤੇ ਕੁਛ ਨਾ ਕੁਛ ਊਣਤਾਈਆਂ ਤੇ ਜ਼ਰੂਰ ਰਹੀਆਂ ਹੋਣਗੀਆਂ ਜੋ ਸਾਡੇ ਹਾਰ ਦਾ ਕਾਰਨ ਬਣਿਆ। ਬਾਕੀ ਜਿਸ ਤੱਕ ਤੁਸੀਂ ਗੱਲ ਕੀਤੀ ਆ, ਡਰੱਗਸ ਦੀ ਗੱਲ ਕੀਤੀ ਹੈ ਜਾਂ ਭ੍ਰਿਸ਼ਟਾਚਾਰ ਦੀ ਗੱਲ ਕੀਤੀ ਹੈ, ਉਸ ਨੂੰ ਵੀ ਕਾਫੀ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ, ਕਾਫੀ ਆਪਣੇ ਵੱਲੋਂ, ਪਰ ਕੋਈ ਵੱਡਾ ਮਗਰਮੱਛ ਨਹੀਂ ਤੁਸੀਂ ਆਪਣੇ ਵੱਲੋਂ ਕਾਫੀ ਪ੍ਰਯਾਸ ਕੀਤਾ ਗਿਆ। ਪਰ ਅਫਸੋਸ ਕਿ ਕਿਤੇ ਨਾ ਕਿਤੇ ਉਹ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਉਹ ਸੱਚ ਉਹ ਸਮੱਸਿਆਵਾਂ ਚੱਲਦੀਆਂ ਰਹੀਆਂ। ਔਰ ਡਰੱਗਸ ਦੀ ਜੋ ਪ੍ਰੋਬਲਮ ਹੈ, ਅੱਜ ਵੀ ਤੁਸੀਂ ਦੇਖਿਆ ਹੋਣਾ ਕਿ ਜਦੋਂ ਸਰਕਾਰ ਆਈ ਹੈ, ਬਦਲਾਅ ਦੇ ਨਾਂ ਤੇ ਸਰਕਾਰ ਆਈ ਹੈ, ਪਿਛਲੇ 5 ਮਹੀਨੇ ਤੋਂ ਕਿਤੇ ਨਾ ਕਿਤੇ ਇਹ ਸਰਕਾਰ ਵੀ ਜਿਹੜੀ ਹੈ ਉਸੇ ਤਰ੍ਹਾਂ ਕਿਸੇ ਡਾਇਰੈਕਸ਼ਨ ਦੇ ਵਿੱਚ ਜਾਂਦੀ ਨਜ਼ਰ ਨਹੀਂ ਆ ਰਹੀ। ਅੱਜ ਵੀ ਉੱਥੇ ਡਰੱਗਸ ਦੇ ਹਾਲਾਤ ਉਹੀ ਨੇ, ਅੱਜ ਵੀ ਨਸ਼ੇ ਜਿਹੜੇ ਸਗੋਂ 10 ਗੁਣਾ ਜਿਹੜੇ ਨਸ਼ੇ ਉਹ ਵੱਧ ਚੁੱਕੇ ਨੇ, ਔਰ ਪੰਜਾਬ ਨਸ਼ਿਆਂ ਦੀ ਗ੍ਰਿਫਤ ਦੇ ਵਿੱਚ ਫਸਦਾ ਹੀ ਜਾ ਰਿਹਾ। ਬਾਕੀ ਜਿਸ ਤੱਕ ਭ੍ਰਿਸ਼ਟਾਚਾਰ ਦੀ ਮੁਹਿੰਮ ਜ਼ਰੂਰ ਇਹਨਾਂ ਨੇ ਸ਼ੁਰੂ ਕੀਤੀ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਉਹ ਵੀ ਜਿਹੜਾ ਇੱਕ ਵਧੀਆ ਮੋੜ ਵੱਲ ਜਾਵੇ। ਸੋ ਕਿਤੇ ਨਾ ਕਿਤੇ ਸਾਡੀਆਂ ਜਿਹੜੀਆਂ ਨਾਕਾਮੀਆਂ ਜਿਹੜੀਆਂ ਸਰਕਾਰ ਦੀਆਂ ਰਹੀਆਂ, ਹਾਲਾਂਕਿ 90% ਕੰਮ ਜਿਹੜੇ 90% ਤੋਂ ਵੀ ਜ਼ਿਆਦਾ ਜਿਹੜੇ ਸਾਡੇ ਵਾਅਦੇ ਸੀ ਉਹਨਾਂ ਨੂੰ ਪੂਰੇ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਕੁਝ ਜਿਸ ਤਰ੍ਹਾਂ ਬੇਅਦਬੀ ਦੀਆਂ ਘਟਨਾਵਾਂ ਨੇ ਜਾਂ ਹੋਰ ਜਿੱਥੇ ਸਾਡੇ ਲੋਕਾਂ ਦੀ ਰੂਹ ਜੁੜੀ ਹੋਈ ਹੈ, ਸਾਡੇ ਇਮੋਸ਼ਨ ਜੁੜੇ ਹੋਏ ਨੇ, ਉੱਥੇ ਅਸੀਂ ਹਮੇਸ਼ਾ ਉੱਥੇ ਫੇਲ ਹੋਏ ਹਾਂ। ਔਰ ਜੇ ਮੈਂ ਸਮਝਦਾ ਕਿ ਜਦੋਂ ਵੀ ਪਿਛਲੀ ਸਭ ਤੋਂ ਪਹਿਲੀ ਸਰਕਾਰ ਨੇ ਬੇਅਦਬੀ ਦੀਆਂ ਘਟਨਾਵਾਂ ਕਰਵਾਈਆਂ ਸੀ ਔਰ ਸਾਡੀ ਸਰਕਾਰ ਦੇ ਸਮੇਂ ਜਦੋਂ ਗੁਟਕਾ ਚੱਕ ਕੇ ਸਹੁੰ ਵੀ ਖਾਧੀ ਗਈ, ਤਾਂ ਉਹ ਕਿਤੇ ਨਾ ਕਿਤੇ ਸੱਚੇ ਪਾਤਸ਼ਾਹ ਵਾਹਿਗੁਰੂ ਮੌਜੂਦ ਹੈ, ਔਰ ਕਿਤੇ ਨਾ ਕਿਤੇ ਸਾਨੂੰ ਉਸ ਦਾ ਫਲ ਜਿਹੜਾ ਉਸਦੇ ਨਤੀਜੇ ਉਹ ਭੁਗਤਣੇ ਪੈਂਦੇ ਆ, ਸਜ਼ਾ ਮਿਲਦੀ ਹੈ। ਸੋ ਕਿਉਂਕਿ ਅਸੀਂ ਜਨਤਾ ਨਾਲ ਤਾਂ ਹੇਰਾਫੇਰੀ ਕਰ ਸਕਦੇ ਹਾਂ, ਜਨਤਾ ਨੂੰ ਮੂਰਖ ਬਣਾਇਆ ਜਾ ਸਕਦਾ ਹੈ, ਪਰ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਜਿਹੜਾ ਕੁਰਸੀਆਂ ਬਖਸ਼ਦਾ ਹੈ ਉਹਨੂੰ ਮੂਰਖ ਨਹੀਂ ਬਣਾਇਆ ਜਾ ਸਕਦਾ। ਜੇ ਉਹ ਕੁਰਸੀਆਂ ਬਖਸ਼ਦਾ ਹੈ ਤੇ ਉਹ ਕੁਰਸੀਆਂ ਲੈਣੀਆਂ ਵੀ ਜਾਣਦਾ, ਖੋਣੀਆਂ ਵੀ ਜਾਣਦਾ। ਤੁਸੀਂ ਬੇਅਦਬੀ ਦੀ ਗੱਲ ਕੀਤੀ ਸੀ, ਬੇਅਦਬੀ ਨਾਲ ਸੰਬੰਧਿਤ ਬਹੁਤ ਸਾਰੇ ਲੀਡਰ ਜਿਹੜੇ ਉੱਚ ਅਧਿਕਾਰੀ ਜਿਹੜੇ ਸੀ, IPS IAS, ਉਹਨਾਂ ਨੂੰ ਫਿਰ ਉੱਚ ਅਹੁਦੇ ਦਿੱਤੇ ਗਏ ਕੈਪਟਨ ਸਾਹਿਬ ਵੇਲੇ। ਨਹੀਂ, ਮੈਂ ਤਾਂ ਤੁਹਾਨੂੰ ਇਹ ਕਹਿੰਦਾ ਵੀ ਜੇਕਰ ਅਸੀਂ ਬੇਅਦਬੀ ਦੀਆਂ ਘਟਨਾਵਾਂ ਵੱਲ ਧਿਆਨ ਨਹੀਂ ਦਿੱਤਾ, ਅਸੀਂ ਉਸ ਨੂੰ ਸੰਜੀਦਗੀ ਦੇ ਨਾਲ ਉਹ ਮਸਲਾ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਤੇ ਹਾਲਾਤ ਕੀ ਹੋਏ? ਅਸੀਂ 80 ਸੀਟਾਂ ਤੋਂ ਅਸੀਂ 18 ਤੇ ਆਏ, ਲੋਕਾਂ 'ਚ ਪਰਸੈਪਸ਼ਨ ਖਰਾਬ ਹੋਈ, ਇਮੇਜ ਖਰਾਬ ਹੋਈ। ਔਰ ਤੁਸੀਂ ਇੱਥੋਂ ਤੱਕ ਕਿ ਜਿਹੜੀ ਮੌਜੂਦਾ ਸਰਕਾਰ ਹੈ,
ਮੌਜੂਦਾ ਸਰਕਾਰ ਵੀ ਕੋਈ ਅੱਛੇ ਰਸਤੇ ਤੇ ਨਹੀਂ ਚੱਲ ਰਹੀ। ਜਦੋਂ ਜੇ ਅਸੀਂ ਕੁਮਰ ਵਿਜੇ ਪ੍ਰਤਾਪ ਜਿਹੜੇ ਕਿ ਸਾਡੇ ਉਦੋਂ AIG ਵੀ ਸੀ, ਜੇ ਉੱਥੇ SIT ਦੇ ਹੈੱਡ ਵੀ ਸੀ, ਉਹਨਾਂ ਨੇ ਅਸਤੀਫਾ ਵੀ ਦਿੱਤਾ। ਔਰ ਉਸ ਤੋਂ ਬਾਅਦ ਚਲੋ ਸੱਚੇ ਪਾਤਸ਼ਾਹ ਨੇ ਕਿਹਾ ਵੀ ਇਹ ਜੀ ਵਾਹਿਗੁਰੂ ਦੇ ਰਸਤੇ ਤੇ ਚੱਲਿਆ ਹੋਇਆ, ਇਹ ਸਾਨੂੰ ਇਨਸਾਫ ਦਵਾਏਗਾ। ਔਰ ਉਸ ਦੇ ਹਾਲਾਤ ਵੀ ਅੱਜ ਤੁਸੀਂ ਦੇਖੋ, MLA ਆ, ਵਿਧਾਇਕ ਹੈ, ਔਰ ਅੱਜ ਉਸ ਨੂੰ ਵੀ ਪਾਰਟੀ ਦੇ ਵਿੱਚ ਬੋਲਣ ਨਹੀਂ ਦਿੱਤਾ ਜਾ ਰਿਹਾ। ਜੇਕਰ ਬੋਲਦਾ ਹੈ, ਜੇਕਰ ਕਿਤੇ ਕੋਈ ਬਿਆਨ ਆਉਂਦਾ ਹੈ ਤੇ ਉਹਦੀ ਜ਼ਿਆਦਾ ਫੇਸਬੁੱਕ ਪੋਸਟ ਜਿਹੜੀ ਹੈ ਉਹਨੂੰ ਐਡਿਟ ਕਰ ਦਿੱਤਾ ਜਾਂਦਾ ਉਹਨੂੰ। ਸੋ ਮੈਂ ਸਮਝਦਾ ਕਿ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ, ਜੇਕਰ ਵਿਰੋਧ ਕਰਨਾ ਹੈ ਤੇ ਬਹਾਦਰੀ ਦੇ ਨਾਲ ਖੜਨਾ ਚਾਹੀਦਾ ਬੇਅਦਬੀ ਦੀਆਂ ਘਟਨਾਵਾਂ ਤੇ, ਕਿਉਂਕਿ ਉਹਨਾਂ ਨੇ ਕਾਫੀ ਕੰਮ ਕੀਤਾ, ਉਹ ਕਰਨਾ ਚਾਹੀਦਾ। ਤੁਸੀਂ ਹੁਣ ਤੁਸੀਂ ਦੇਖਿਆ ਹੋਣਾ ਕਿ ਜਦੋਂ ਅਸੀਂ AG ਲਾਇਆ ਸੀ APS ਦਿਓਲ, ਜਦੋਂ ਚੰਨੀ ਜੀ ਮੁੱਖ ਮੰਤਰੀ ਸੀ, ਤੇ ਉਹਨਾਂ ਨੂੰ ਇਹਨਾਂ ਘਟਨਾਵਾਂ ਕਿਉਂਕਿ ਬਾਬਾ ਰਾਮ ਰਹੀਮ ਦੇ ਕੇਸਿਸ ਦੇ ਵਿੱਚ ਸੀ, ਹੋਰ ਕਈਆਂ ਦੇ ਵਕੀਲ ਰਹੇ, ਜਿਹਦੇ ਕਰਕੇ ਕਈ ਹੁਣੀ ਵੀ APS ਦਿਓਲ ਵੀ, ਜਿਹਦੇ ਕਰਕੇ ਅਸੀਂ ਉਹਨੂੰ ਬਦਲਿਆ ਸੀ। ਤੇ ਅੱਜ ਵੀ ਉਹੀ ਕੰਮ ਹੈ। ਜੇ ਇਹ ਬੇਅਦਬੀ ਦੇ ਮਸਲਿਆਂ ਨੂੰ ਸੰਜੀਦਗੀ ਨਾਲ ਨਜਿੱਠਣਾ ਚਾਹੁੰਦੇ ਨੇ ਤੇ ਮੈਂ ਸਮਝਦਾ ਫਿਰ ਤਾਂ ਇਹ ਰਸਤਾ ਨਹੀਂ ਹੋਣਾ ਚਾਹੀਦਾ, ਕਿਉਂਕਿ ਲੋਕਾਂ ਨੇ ਵੀ ਕਿਹਾ, ਇਵਨ ਕੁਮਰ ਵਿਜੇ ਪ੍ਰਤਾਪ ਜੀ ਵੀ ਬੋਲੇ ਵੀ ਇਹਨਾਂ ਨੇ ਜਿਹੜੇ ਉਹਨਾਂ ਦੇ ਕੇਸਿਸ ਲੜੇ ਨੇ ਤੇ ਇਹਨਾਂ ਨੂੰ ਜ਼ਰੂਰ ਫਿਰ ਕਿਉਂ ਲਗਾਇਆ ਗਿਆ। ਇਸ ਦਾ ਮਤਲਬ ਕਿ ਨੀਅਤ ਤੇ ਨੀਤ ਦੇ ਵਿੱਚ ਇਹਨਾਂ ਦੇ ਵੀ ਫਰਕ ਹੈ, ਉਹ ਵੀ ਅੱਛੀ ਨੀਤ ਨਹੀਂ ਹੈ। 4.5 ਸਾਲ ਹੋ ਰਹੇ, 6 ਮਹੀਨੇ ਚੰਨੀ ਸਾਹਿਬ ਦੇ, ਤੁਸੀਂ ਕਿਹੜੇ ਪੀਰੀਅਡ ਨੂੰ ਜ਼ਿਆਦਾ ਚੰਗਾ ਸਮਝਦੇ ਹੋ, ਕਿੰਨੇ ਜ਼ਿਆਦਾ ਕੰਮ ਕੀਤਾ? ਦੇਖੋ, ਮੈਂ ਜੇਕਰ ਉਹਨੂੰ ਇਵੈਲੂਏਟ ਕਰਾਂ, ਜੇ ਉਹਦਾ ਐਨਾਲਿਸਿਸ ਕਰਾਂ, ਤੇ ਮੈਂ ਇਹ ਸਮਝਦਾ ਕਿ ਕੁਛ ਮੈਂ ਉਹਨੂੰ ਐਜ਼ ਏ ਸਿੰਗਲ ਯੂਨਿਟ ਲਾਂ ਟੀਮ ਦੇ ਸਾਹਮਣੇ। ਸਾਡੇ ਕਿਉਂਕਿ ਸਾਡੇ ਤਾਂ 5 ਸਾਲ ਹੀ ਪੂਰੇ ਰਹੇ ਆ ਪਰ ਇਹ ਵੀ ਸਭ ਤੋਂ ਵੱਡੀ ਸਮੱਸਿਆ ਇਹ ਹੋਈ ਆ ਕਿ ਜਦੋਂ ਅਸੀਂ ਚੇਂਜ ਇਨ ਲੀਡਰਸ਼ਿਪ ਕੀਤੀ ਆ, ਜਦੋਂ ਲੀਡਰਸ਼ਿਪ ਨੂੰ ਬਦਲਿਆ ਤੇ ਉਹ ਕਿਤੇ ਨਾ ਕਿਤੇ ਸਾਡੀ ਬਹੁਤ ਵੱਡੀ ਗਲਤੀ ਰਹੀ, ਕਿਉਂਕਿ ਲੀਡਰਸ਼ਿਪ ਨੂੰ ਜੇ ਬਦਲਣਾ ਵੀ ਸੀ ਤਾਂ ਇੱਕ ਟਾਈਮ ਹੁੰਦਾ। ਤੁਸੀਂ ਲੜਾਈ ਦੇ ਵਿੱਚ ਘੋੜੇ ਨਹੀਂ ਬਦਲ ਸਕਦੇ। ਔਰ ਜਦੋਂ ਅਸੀਂ ਉਹ ਲੀਡਰਸ਼ਿਪ ਚੇਂਜ ਕੀਤੀ, ਕਿਸੇ ਐਕਸ ਲੀਡਰ ਗਿਆ, XY ਲੀਡਰ ਆ ਗਿਆ, ਤੇ ਉਹਦੇ ਨਾਲ ਇਹ ਵੀ ਪਾਰਟੀ ਦੇ ਵਿੱਚ ਜੋ ਜਿਹੜੀ ਲੀਡਰਸ਼ਿਪ ਚੇਂਜ ਹੋਣ ਦੇ ਨਾਲ ਪਾਰਟੀ ਜਿਹੜੀ ਉਹ ਮਤਲਬ ਪੋਲੀ ਡਾਇਰੈਕਸ਼ਨਲ ਹੋ ਗਈ। ਉਹ ਪਾਰਟੀ ਫੋਕਸ ਨਹੀਂ ਰਹਿ ਸਕੀ। ਹਰ ਇੱਕ ਲੀਡਰ ਨੇ ਆਪਣੇ ਆਪਣੇ ਬਿਆਨ, ਆਪਣੀਆਂ ਦਿਸ਼ਾਵਾਂ ਔਰ ਗਲਤ ਬਿਆਨਬਾਜ਼ੀ ਕਰਕੇ ਵੀ ਸਾਡੇ ਜਿਹੜੇ ਇਲੈਕਸ਼ਨ ਦਾ ਆਊਟਕਮ ਆ ਉਹ ਤੇ ਬਹੁਤ ਵੱਡਾ ਅਸਰ ਪਿਆ, ਕਿਉਂਕਿ ਜੋ ਇੱਕ ਸਰਕਾਰ ਨੂੰ ਕਰਨਾ ਚਾਹੀਦਾ ਉਹ ਅਸੀਂ ਕੀਤਾ, ਅਸੀਂ ਵਧੀਆ ਕੀਤਾ। ਔਰ ਹੋ ਸਕਦਾ ਕਿ ਜਿੰਨਾ ਅਸੀਂ ਕੰਮ ਕੀਤਾ, ਜਿਹੜੀ ਹੁਣ ਮੌਜੂਦਾ ਸਰਕਾਰ ਹੈ ਉਹ ਚੋਂ 10% ਵੀ ਨਾ ਕਰ ਪਾਵੇ, ਪਰ ਇਹ ਵੀ ਸਾਡੀ ਜਿਹੜੀ ਮਿਸਮੈਨੇਜਮੈਂਟ ਕਰਕੇ, ਸਾਡੇ ਉਹ ਗਲਤ ਫੈਸਲੇ ਕਰਕੇ ਸਾਨੂੰ ਉਹ ਜਿਹੜੇ ਨਤੀਜੇ ਆ ਉਹ ਭੁਗਤਣੇ। ਕਿਸੇ ਸਮੇਂ ਤੇ ਅਕਾਲੀ ਦਲ ਨੇ ਇੱਕ ਮੋਰਚਾ ਲਾਇਆ ਸੀ ਪੰਜਾਬੀ ਸੂਬਾ ਬਣਾਉਣ ਨੂੰ, ਜਾਂ ਹੋਰ ਸਿੱਖ ਜਥੇਬੰਦੀਆਂ ਨੇ ਲਾਇਆ ਸੀ, ਜਿਹੜਾ ਪੰਜਾਬ ਦੇ ਉਦੋਂ ਟੋਟੇ ਕਰ ਦਿੱਤੇ ਗਏ। ਪੰਜਾਬ ਵੱਖਰਾ ਹੋ ਗਿਆ, ਹਰਿਆਣਾ ਵੱਖਰਾ ਹੋ ਗਿਆ, ਹਿਮਾਚਲ ਵੱਖਰਾ ਹੋ ਗਿਆ। ਉਸ ਦੌਰਾਨ ਇਹ ਸੋਚਿਆ ਜਾਂਦਾ ਸੀ ਕਿ ਸਿੱਖ ਜਿਹੜੇ ਆ ਉਹ ਸਿੱਖ ਕੌਮ ਨਾਲ ਸੰਬੰਧਿਤ ਜਿਹੜੇ ਆ ਲੀਡਰ ਜਾਂ ਜਿਹੜੇ ਆਫਿਸਰ ਆ ਉਹ ਪੰਜਾਬ ਵਿੱਚ ਤੈਨਾਤ ਕੀਤੇ ਜਾਣਗੇ। ਅੱਜ ਇੱਕ ਮੁੱਖ ਮੰਤਰੀ ਜਿਹੜਾ ਉਹ ਸਿੱਖ ਆ, ਪਰ ਜਿਹੜੇ 3 ਵੱਡੇ ਅਹੁਦੇ ਆ ਉਹ ਮਤਲਬ ਹਿੰਦੂਆਂ ਦੇ ਲਾ ਲਓ ਜਾਂ ਹੋਰ ਲਾ ਲਓ, ਉਹਨਾਂ ਨੂੰ ਉੱਥੇ ਸਥਾਪਿਤ ਕੀਤਾ ਗਿਆ, ਚਾਹੇ ਉਹ ਚੀਫ ਸੈਕਟਰੀ ਆ, ਚਾਹੇ DGP ਆ, ਤੇ ਚਾਹੇ ਇਹ ਆਪਣੇ ਹੁਣ ਜਿਹੜੇ ਅਟਾਰਨੀ ਜਨਰਲ ਜਿਹੜੇ ਆਏ ਆ ਕਈ ਸਾਹਿਬ, ਉਹ ਆ। ਉਹਦੇ ਬਾਰੇ ਕਾਫੀ ਵਾਦ ਵਿਵਾਦ ਇਸ ਵੇਲੇ ਪੰਜਾਬ 'ਚ ਚੱਲਿਆ ਹੋਇਆ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਮੈਂ ਤੇ ਪੰਜਾਬ ਨੂੰ ਹਿੰਦੂ ਸਿੱਖ ਦਲਿਤ ਦੇ ਨਜ਼ਰੀਏ ਨਾਲ ਨਹੀਂ ਦੇਖਦਾ। ਇਹ ਤਾਂ ਗੁਰੂਆਂ ਪੀਰਾਂ ਦੀ ਧਰਤੀ ਆ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਤਾਂ ਉਹ 5 ਪਿਆਰੇ ਜਿਹੜੇ ਸਾਜੇ ਸੀ ਤਾਂ ਉਹਨਾਂ ਨੇ ਬਰਾਬਰੀ ਦਾ, ਸਮਾਜਿਕ ਬਰਾਬਰੀ ਦਾ ਸੰਦੇਸ਼ ਦਿੱਤਾ, ਕੋਈ ਸ਼ੱਕ ਨਹੀਂ। ਤੇ ਮੈਂ ਸਮਝਦਾ ਕਿ ਉਸੇ ਸੰਦੇਸ਼ ਨੂੰ ਲੈ ਕੇ ਸਾਨੂੰ ਅੱਗੇ ਚੱਲਣਾ ਚਾਹੀਦਾ, ਕਿਉਂਕਿ ਜਿਹੜੇ ਪੰਜਾਬੀ ਨੇ ਇਹ ਅੱਜ ਇਹ ਨਹੀਂ ਦੇਖਦੇ, ਕਿਉਂਕਿ ਪੰਜਾਬੀ ਇੱਕ ਸਭ ਤੋਂ ਇੱਕ ਐਸੀ ਕਮਿਊਨਿਟੀ ਹੈ, ਐਸੀ ਕੌਮ ਹੈ ਜਿਹੜੀ ਇਹ ਸਮਝਦੀ ਹੈ ਕਿ ਸਹੀ ਕੀ ਹੈ, ਜੈਨੂਇਨ ਕੀ ਆ, ਪੰਜਾਬ ਨੂੰ ਕਿਹੜਾ ਬਿਹਤਰ ਕਰ ਸਕਦਾ। ਸੋ ਮੈਂ ਸਮਝਦਾ ਕਿ ਜਾਤ ਪਾਤ ਦੇ ਇਸ ਦਿਸ਼ਾ ਦੇ ਨਾਲ, ਇਸ ਤਰਾਜੂ ਦੇ ਨਾਲ ਪੰਜਾਬ ਨੂੰ ਨਹੀਂ ਤੋਲਣਾ ਚਾਹੀਦਾ, ਕਿਉਂਕਿ ਜੇ ਹਿੰਦੂ ਆਫੀਸਰਸ ਨੇ, ਸਿੱਖ CM ਨੇ, ਤੇ ਮੈਂ ਸਮਝਦਾ ਕਿ ਦਿਸ ਇਜ਼ ਇੰਪ੍ਰੈਕਟੀਕਲ। ਤੇ ਗੱਲ ਤੇ ਇਹ ਪਰਫਾਰਮੈਂਸ ਦੀ ਆ। ਐਟ ਦਾ ਐਂਡ ਆਫ ਦਾ ਡੇ ਸਰਕਾਰ ਜੇ ਪਰਫਾਰਮੈਂਸ ਦੇਗੀ ਤੇ ਲੋਕਾਂ ਨੇ ਕੋਈ ਜਾਤ ਪਾਤ ਨਹੀਂ ਦੇਖਣੀ, ਲੋਕ ਕੋਈ ਵੀ ਧਰਮ ਨਹੀਂ ਦੇਖਣਗੇ। ਪਰ ਮੈਂ ਇੱਕ ਚੀਜ਼ ਜ਼ਰੂਰ ਕਹਿਣਾ ਚਾਹੁੰਦਾ, ਜੇ ਅੱਜ ਕੁਝ ਸੋਚਣ ਦੀ ਲੋੜ ਆ ਤੇ ਉਹ ਅੱਜ ਸੂਬੇ ਨੂੰ ਬਚਾਉਣ ਦੀ ਲੋੜ ਹੈ। ਜੀ ਬਿਲਕੁਲ, ਕਿਉਂਕਿ ਅੱਜ ਜੋ ਹਾਲਾਤ ਹੋ ਰਹੇ ਨੇ, ਜੋ ਮੈਂ ਮੁੱਖ ਮੰਤਰੀ ਪੰਜਾਬ ਦਾ ਰਵੱਈਆ ਜਾਂ ਇਸ ਸਰਕਾਰ ਦਾ ਰਵੱਈਆ ਪਿਛਲੇ 4 ਮਹੀਨੇ 'ਚ ਦੇਖਿਆ, ਉਹ ਪੰਜਾਬ ਦੇ ਹਿੱਤ ਵਿੱਚ ਨਹੀਂ ਹੈ। ਤੁਸੀਂ ਦੇਖਿਆ ਹੋਣਾ ਕਿ BBMB ਜਦੋਂ ਸਾਡੇ ਮੈਂਬਰਾਂ ਦੀ ਅਣਦੇਖੀ ਹੋਈ, ਉੱਥੇ ਜਦੋਂ ਉਹਨਾਂ ਨੇ ਨਿਯਮ ਚੇਂਜ ਕੀਤੇ, ਔਰ ਉਸ ਤੋਂ ਬਾਅਦ
ਆ ਸਾਡੇ ਯੂਨੀਅਨ ਟੈਰੀਟਰੀ ਚੰਡੀਗੜ੍ਹ ਦੇ ਵਿੱਚ ਸੈਂਟਰਲ ਗਵਰਨਮੈਂਟ ਦੇ ਸੈਂਟਰਲ ਰੂਲ ਜਿਹੜੇ ਆ ਉਹ ਸੈਂਟਰ ਸਕੇਲ ਜਿਹੜੇ ਆ ਉਹ ਯੂਨੀਅਨ ਗਵਰਨਮੈਂਟ ਨੇ ਦੇ ਦਿੱਤੇ। ਔਰ ਉਸ ਤੋਂ ਬਾਅਦ ਇੱਥੋਂ ਤੱਕ ਕਿ ਇੱਕ ਬੜਾ ਹੁਣ ਹਰਿਆਣੇ ਬੜਾ ਰੌਲਾ ਪਿਆ, ਹਰਿਆਣੇ ਨੂੰ ਅਸੈਂਬਲੀ ਭਵਨ ਬਣਾਉਣ ਜੀ ਜੀ ਇਹਨਾਂ ਨੇ ਫਿਰ ਮੈਂ ਮਾਨ ਸਾਹਿਬ ਦੀ ਗੱਲ ਕਰਦਾ, ਮੁੱਖ ਮੰਤਰੀ ਸਾਹਿਬ ਦੀ, ਇਹਨਾਂ ਨੇ ਇੱਕ ਦਿਨ ਦਾ ਵਿਸ਼ੇਸ਼ ਅਜਲਾਸ ਬੁਲਾਇਆ और उस विशेष इजलास बुलाया। अच्छी गल है, सारी पार्टी के MLA आए और बड़ी अच्छी चर्चा हुई, प्रस्ताव पास होया और वो प्रस्ताव का फायदा की होया ਅਸੀਂ ਕਹਿੰਦੇ ਇੱਕ ਉਸ ਪ੍ਰਸਤਾਵ ਦੇ ਵਿੱਚ ਬੜੀਆਂ ਚਰਚਾਵਾਂ ਹੋਈਆਂ, ਬਹਿਸਬਾਜ਼ੀ ਹੋਈ, ਸਪੀਚਸ ਹੋਏ, ਭਾਸ਼ਣ ਹੋਏ ਜੀ ਜਿਹੜਾ ਚੰਡੀਗੜ੍ਹ ਉਹ ਪੰਜਾਬ ਨੂੰ ਦੇਣਾ ਚਾਹੀਦਾ। ਠੀਕ ਹੈ ਜੀ, ਉਹ ਇੱਕ ਡਾਕੂਮੈਂਟ ਬਣਾ ਕੇ ਅਸੀਂ ਗਵਰਨਰ ਕੋਲ ਭੇਜਤਾ ਜਾਂ ਪਤਾ ਨਹੀਂ ਕਿੱਥੇ ਭੇਜਦਾ, ਉਹ ਅੱਜ ਵੀ ਮੈਂ ਤਾਂ ਕਹਿੰਦਾ ਡਸਟਬਿਨ 'ਚ ਨਾ ਸਿੱਟਤਾ ਹੋਵੇ। ਸੋ ਇਹਨਾਂ ਨੂੰ ਚਾਹੀਦਾ ਤੇ ਹੈ ਵੀ ਉਹਨੂੰ ਫੋਲੋ ਅਪ ਕਰਨ। ਔਰ ਅਸੀਂ ਵੀ ਇਹਨਾਂ ਨੂੰ ਵਿਰੋਧੀ ਪਾਰਟੀਆਂ ਦੇ ਤੌਰ ਤੇ ਅਸੀਂ ਇਹਨਾਂ ਨੂੰ ਕਿਹਾ ਸੀ ਕਿ ਅਸੀਂ ਭਾਈ ਤੁਹਾਡੇ ਨਾਲ ਆ, ਸਗੋਂ ਆਪਾਂ ਜੇ ਕੋਈ ਹੋਮ ਮਿਨਿਸਟਰ ਨੂੰ ਮਿਲਣ ਦੀ ਜ਼ਰੂਰਤ ਹੈ, ਪ੍ਰਾਈਮ ਮਿਨਿਸਟਰ ਨੂੰ ਮਿਲਣ ਦੀ ਜ਼ਰੂਰਤ ਹੈ, ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਮਿਲਣ ਦੀ ਜ਼ਰੂਰਤ ਆ, ਵੀ ਆਰ ਵਿਦ ਯੂ, ਅਸੀਂ ਚਲੀਏ। ਹੁਣ ਬਜਾਏ ਕਿ ਆਪਾਂ ਜੀ ਵਿਸ਼ੇਸ਼ ਇਜਲਾਸ ਬੁਲਾ ਲਿਆ ਜੀ, ਠੀਕ ਹੈ ਜੀ, ਆਪਾਂ ਬੰਦ ਕਰਤਾ, ਡਾਕੂਮੈਂਟ ਬਣਾ ਕੇ ਭੇਜ, ਇਹ ਮਹਿਜ ਡਾਕੂਮੈਂਟਸ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ। ਔਰ ਉਸ ਤੋਂ ਬਾਅਦ ਤੁਸੀਂ ਜਿਸ ਤਰ੍ਹਾਂ ਕਿਹਾ ਹੀ ਹੈ ਵੀ ਇਹਨਾਂ ਨੇ ਹੋਮ ਮਿਨਿਸਟਰ ਨੇ ਅਨਾਉਂਸ ਕਰਤਾ ਜੀ ਕਿ ਜੀ ਜਿਹੜੀ ਜ਼ਮੀਨ ਹੈ ਵਿਧਾਨ ਸਭਾ ਦੇ ਲਈ ਉਹ ਚੰਡੀਗੜ੍ਹ 'ਚ ਦਿੱਤੀ ਜਾਏਗੀ, ਵਿਧਾਨ ਇਹਨਾਂ ਨੂੰ ਹਰਿਆਣੇ ਨੂੰ। ਔਰ ਸਾਡੇ CM ਸਾਹਿਬ ਨੇ ਕੀ ਕਿਹਾ, ਕਹਿੰਦੇ ਸਾਨੂੰ ਵੀ ਜ਼ਮੀਨ ਦੇ ਦਿਓ, ਸਾਨੂੰ ਵੀ ਦੇ ਦਿਓ ਆਪਣੇ ਸ਼ਹਿਰ। ਔਰ ਫਿਰ ਕਹਿੰਦੇ ਹਾਈ ਕੋਰਟ 'ਚ ਵੀ ਦੇ ਦਿਓ। ਭਾਈ ਅਸੀਂ ਆਪਣੇ ਘਰ 'ਚ ਜ਼ਮੀਨਾਂ ਲੱਭਣ, ਆਪਣੇ ਘਰ 'ਚ ਕਹਿੰਦੇ ਆ ਕਮਰਾ ਮੈਨੂੰ ਦੇ ਦਿਓ, ਸਾਡਾ ਘਰ ਬਣਿਆ, ਸਾਡੀ ਉੱਥੇ ਵਿਧਾਨ ਸਭਾ, ਸਾਡਾ ਉੱਥੇ ਹਾਈ ਕੋਰਟ ਬਣਿਆ, what else we are looking for। ਅਸੀਂ ਕਹਿੰਦੇ ਸਾਨੂੰ ਕਿਉਂ ਦੇ ਦਿਓ। ਅਸੀਂ ਸਾਨੂੰ ਇਹ ਕਹਿਣਾ ਚਾਹੀਦਾ ਸੀ ਕਿ ਅਮਿਤ ਸ਼ਾਹ ਜੀ ਜੇਕਰ ਜ਼ਮੀਨ ਦੇਣੀ ਹੈ ਤਾਂ ਇਹਨਾਂ ਨੂੰ ਪੰਜਾਬ ਤੋਂ ਬਾਹਰ ਦਿਓ। ਜੀ ਬਿਲਕੁਲ। ਸੋ ਆਪਣੇ ਹੱਕਾਂ ਦੀ ਗੱਲ ਤਾਂ ਅਸੀਂ ਅੱਜ ਹੱਕਾਂ ਦੇ ਲਈ ਲੜਨ ਦੀ ਜ਼ਰੂਰਤ ਹੈ। ਜੇਕਰ ਆਪਾਂ ਹੱਕਾਂ ਲਈ ਲੜਾਂਗੇ ਤਾਂ ਹੀ ਆਪਾਂ ਜਿਹੜਾ ਆਪਣੇ ਪੰਜਾਬ ਨੂੰ ਬਚਾ ਸਕਦੇ ਹਾਂ। 7 ਰਾਜ ਸਭਾ ਮੈਂਬਰ ਪੰਜਾਬ ਦੇ ਚੁਣੇ ਗਏ ਆ, ਬਹੁਤੇ ਜਿਹੜੇ ਆ ਬਾਹਰੋਂ ਆਏ ਆ, ਬਾਹਰੋਂ ਥੋਪੇ ਗਏ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਹਾਂ ਦੇਖੋ, ਇਹਨਾਂ ਦੇ ਰਾਜ ਸਭਾ ਦੇ ਮੈਂਬਰ 7 ਚੁਣੇ ਔਰ ਸੱਤਾ ਦੇ ਵਿੱਚ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਕੋਈ ਵੀ ਐਸਾ ਕੋਈ ਪੰਜਾਬੀ ਨਹੀਂ, ਬਹੁਤੇ ਇਹਨਾਂ ਦੇ ਆਪਣੇ ਹੀ ਆ, ਉਹਨਾਂ ਨੂੰ ਹੀ ਸਨਮਾਨਿਤ ਕੀਤਾ ਇਹਨਾਂ ਨੇ। ਇਸ ਤੋਂ ਬਾਅਦ ਤਾਂ ਕੁਝ ਨਹੀਂ, ਇੱਕ ਯੂਨੀਵਰਸਿਟੀ ਤੋਂ ਨੇ, ਇੱਕ ਬਿਜ਼ਨਸਮੈਨ ਨੇ, ਇੱਕ ਸਪੋਰਟਸਮੈਨ ਨੇ। ਸਪੋਰਟਸਮੈਨ ਠੀਕ ਹੈ, ਮੈਂ ਸਮਝ ਗਿਆ। ਆ ਸੀਚੇਵਾਲ ਸਾਹਿਬ ਦੀ ਜ਼ਰੂਰ ਨਿਯੁਕਤੀ ਜਿਹੜੀ ਔਨ ਮੈਰਿਟ ਮੈਂ ਸਮਝਦਾ ਕਿ ਪੰਜਾਬ ਨੂੰ ਇਹ ਕੁਝ ਫਾਇਦਾ ਜ਼ਰੂਰ ਦੇ ਸਕਦੀ ਹੈ। ਹੁਣ ਤੁਸੀਂ ਦੇਖੋ ਵੀ ਇਹ ਕਹਿੰਦੇ ਜੀ ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਮੁਹਿੰਮ ਵਿੱਢੀ ਹੋਈ ਹੈ, ਕਦੀ ਕਿਸੇ ਨੂੰ ਫੜ ਲੈਂਦੇ, ਕਦੀ ਆਪਣੇ ਨੂੰ ਫੜ ਕੇ ਅੰਦਰ ਦੇ ਦਿੰਦੇ ਆ। ਤੁਸੀਂ ਦੱਸੋ ਵੀ ਤੁਸੀਂ ਸਿੰਗਲੇ ਨੂੰ ਫੜਿਆ, ਹੈਲਥ ਮਿਨਿਸਟਰ, ਨੌਜਵਾਨ ਮੁੰਡਾ, ਨਾ ਤੁਸੀਂ ਉਹਦੀ ਕੋਈ ਆਡੀਓ ਰਿਲੀਜ਼ ਕੀਤੀ, ਕਿਤੇ ਵਾਇਰਲ ਹੋਈ ਆ, ਪੇਜੀਏ ਨੇ ਕੁਝ ਮੰਗਿਆ, ਨਾ ਉਹਦੇ ਕੋਲ ਪੈਸੇ ਰਿਕਵਰ ਹੋਏ ਆ, ਫਿਰ ਤੁਸੀਂ ਉਹਦੇ ਭ੍ਰਿਸ਼ਟਾਚਾਰ ਦਾ ਕੇਸ ਕਾਹਦਾ ਪਾਤਾ? ਸਿਰਫ ਇੱਕ ਡਰਾਮੇ ਲਈ। ਔਰ ਹੁਣ ਤੁਸੀਂ ਭ੍ਰਿਸ਼ਟਾਚਾਰ ਦੀ ਗੱਲ ਕਰ ਰਹੇ ਸੀ ਜੀ, ਫਲਾਨੀ ਜਗ੍ਹਾ ਇੰਨੀ ਜ਼ਮੀਨ ਲੈ ਲਈ ਜੀ, ਇੰਨਾ ਫੜ ਲਿਆ ਜੀ, ਤਾਂ ਅਸੀਂ ਆਹ ਮੰਤਰੀ ਫੜ ਲਿਆ, ਅੱਜ ਤੱਕ ਰਿਕਵਰ ਕੀ ਹੋਇਆ? ਕੁਝ ਨਹੀਂ। ਔਰ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਵੀ ਜਿਹੜੇ 2 ਰਾਜ ਸਭਾ ਦੇ ਮੈਂਬਰ ਭੇਜੇ ਆ, ਇੱਕ ਯੂਨੀਵਰਸਿਟੀ ਤੋਂ ਭੇਜਿਆ ਤੇ ਇੱਕ ਜਿਹੜਾ ਤੁਸੀਂ ਭੇਜਿਆ ਉੱਥੋਂ ਜਿਹੜਾ ਬਿਜ਼ਨਸਮੈਨ ਭੇਜਿਆ, ਸਾਨੂੰ ਪੰਜਾਬੀਆਂ ਨੂੰ ਇਹ ਦੱਸੋ ਵੀ ਉਹਨਾਂ ਤੋਂ ਕਿੰਨੇ ਪੈਸੇ ਲਏ ਆ? 100 ਕਰੋੜ ਰੁਪਈਆ ਉਹਨਾਂ ਤੋਂ ਲਿਆ ਜਾਂ ਉਹਨਾਂ ਦੀ ਦੇਣ ਕੀ ਹੈ? ਕੀ ਉਹਨਾਂ ਦੀ ਦੇਣ ਤਾਂ ਕੁਝ ਵੀ ਨਹੀਂ। ਮੈਂ ਤਾਂ ਇਹ ਕਹਿੰਦਾ ਉਹਨਾਂ ਨੇ ਦਿੱਤਾ ਕੀ ਆ? ਦੇਣ ਨਹੀਂ, ਉਹਨਾਂ ਨੇ ਦਿੱਤਾ ਕੀ ਆ? ਆਪਾਂ ਉਸ ਨੂੰ ਇਵੈਲੂਏਟ ਕਿਉਂ ਨਹੀਂ ਕਰਦੇ? ਤੁਸੀਂ ਇੱਕ ਪਾਸੇ ਤਾਂ ਭ੍ਰਿਸ਼ਟਾਚਾਰ ਨੂੰ ਉਤਸ਼ਾਹ ਦੇ ਰਹੇ ਆ ਔਰ ਦੂਜੇ ਪਾਸੇ ਲੋਕਾਂ ਨੂੰ ਡਰਾਮੇ ਕਰਕੇ ਦੱਸ ਰਹੇ ਆ। ਪਰ ਇਹ ਪੰਜਾਬ ਦੇ ਵਿੱਚ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਦੇ ਡਰਾਮੇ ਜਿਹੜੇ ਆ ਉਹ ਪੰਜਾਬ ਦੇ ਵਿੱਚ ਚੱਲਣ ਵਾਲੇ ਨਹੀਂ ਆ ਔਰ ਉਹਦਾ ਨਤੀਜਾ ਤੁਸੀਂ ਦੇਖ ਹੀ ਲਿਆ। ਆ ਮੇਰਾ ਖਿਆਲ ਕਿ ਜਦੋਂ ਸੰਗਰੂਰ ਦਾ ਬਾਈ ਇਲੈਕਸ਼ਨ ਹੋਇਆ ਤੇ ਇਹਨਾਂ ਨੇ ਜੋ ਆਪਣਾ ਮੰਤਰੀ ਟੰਗਿਆ ਸੀ, ਕਾਂ ਮਾਰ ਕੇ ਜਿਹੜਾ ਟੰਗਿਆ ਸੀ, ਉਹ ਕਾਂ ਮਾਰ ਕੇ ਟੰਗਣ ਦਾ ਉਲਟਾ ਅਸਰ ਹੋ ਗਿਆ ਕਿਉਂਕਿ ਲੋਕ ਪੰਜਾਬ ਦੇ ਸਮਝਦੇ ਨੇ। ਤੁਸੀਂ ਪੰਜਾਬ ਦੇ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦੇ। ਮੈਂ 100 ਦਿਨਾਂ ਦੇ ਵਿੱਚ ਇਹਨਾਂ ਨੂੰ ਉਲਟਾ ਦਿੱਤਾ। ਜਿੱਥੇ ਕਹਿੰਦੇ ਸੀ ਜੀ ਸੰਗਰੂਰ 'ਚ ਸਾਡੀ ਕ੍ਰਾਂਤੀ ਜਿਹੜੀ ਆਮ ਆਦਮੀ ਪਾਰਟੀ ਦੀ ਝਾੜੂ ਦੀ ਕ੍ਰਾਂਤੀ ਸੰਗਰੂਰ 'ਚ ਸ਼ੁਰੂ ਹੋਈ, ਕਹਿੰਦੇ ਜੀ ਜੜ੍ਹਾਂ ਸੰਗਰੂਰ 'ਚ, ਲੋਕਾਂ ਨੇ ਸੰਗਰੂਰ ਦੀਆਂ ਜੜ੍ਹਾਂ ਜਿਹੜੀਆਂ ਆਮ ਆਦਮੀ ਪਾਰਟੀ ਦੀਆਂ 100 ਦਿਨਾਂ 'ਚ ਹਲਾਤੀਆਂ। ਸੋ 100 ਦਿਨਾਂ 'ਚ ਜੇ ਜੜ੍ਹਾਂ ਹਿਲ ਜਾਣ, ਕੀ ਕਾਰਨ ਦੱਸਦੇ ਉੱਥੋਂ ਇਹਨਾਂ ਦੀ ਪਾਰਟੀ ਜਿਹੜੀ ਜਿੱਥੇ ਬੇਸ ਕਹਿੰਦੇ ਸੀ ਉੱਥੋਂ ਸਿਮਰਨਜੀਤ ਸਿੰਘ ਮਾਨ ਹੁਣੀ ਜਿੱਤ ਕੇ ਗਏ ਆ, ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਵੀ ਕਿਉਂ ਕੀ ਇਹਨਾਂ ਦਾ ਹਾਰ ਦਾ ਕਾਰਨ ਕੀ? ਉਹਦਾ ਸਭ ਤੋਂ ਵੱਡਾ ਕਾਰਨ ਜਿਹੜਾ ਲਾਅ ਐਂਡ ਆਰਡਰ। ਦੇਖੋ, ਜਿਸ ਲਾਅ ਐਂਡ ਆਰਡਰ ਤੇ ਕੋਈ ਪੈਸਾ ਲੱਗਦਾ ਉਸ ਤੇ ਤੁਹਾਡਾ ਤਜਰਬਾ ਚਾਹੀਦਾ, ਤੁਹਾਡੀ ਵਿਲ ਪਾਵਰ ਚਾਹੀਦੀ ਹੈ। ਤੁਸੀਂ ਦੇਖਿਆ ਹੋਣਾ ਕਿ ਸਾਡੇ ਕਬੱਡੀ ਦੇ ਪਲੇਅਰ ਸੰਦੀਪ ਨੰਗਲੰਬੀਆ ਜੀ, ਉਹਨਾਂ ਦੀ ਮੌਤ ਹੋਈ, ਕਿੰਨੇ ਮਰਡਰ ਹੋਏ ਔਰ ਮੇਰਾ ਖਿਆਲ ਕੋਈ ਐਸਾ ਦਿਨ ਐਸਾ ਨਹੀਂ ਜਾਂਦਾ ਜਦੋਂ ਪੰਜਾਬ ਦੇ ਵਿੱਚ ਲੁੱਟ ਖੋਹ ਦੀਆਂ ਜਿਹੜੀਆਂ ਅਜਿਹੀਆਂ ਵਾਰਦਾਤਾਂ ਨਾ ਹੁੰਦੀਆਂ ਹੋਣ। ਔਰ ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਜਿਹੜੇ ਸਾਡੇ ਵਿਸ਼ਵ ਪ੍ਰਸਿੱਧ ਸਾਡੇ ਗਾਇਕ ਸੀ ਔਰ ਉਹਨਾਂ ਦਾ ਜਿਸ ਤਰ੍ਹਾਂ ਮਰਡਰ ਹੋਇਆ, ਤੁਸੀਂ ਮਤਲਬ ਇਹ ਦੇਖੋ ਵੀ ਲਾਅ ਐਂਡ ਆਰਡਰ 'ਚ ਇੰਨੇ ਇਮੈਚਿਓਰ ਨੇ, ਸਿਕਿਉਰਿਟੀ ਵਿਡਰਾਅ ਕਰਦੇ ਨੇ
ਫਿਰ ਸੋਸ਼ਲ ਮੀਡੀਆ ਦੱਸਦੇ ਨੇ ਕਿ ਜੀ ਅਸੀਂ ਬਹੁਤ ਵੱਡਾ ਕੰਮ ਕੀਤਾ ਤੇ ਅਸੀਂ ਲੀਡਰ ਦੀ ਸਿਕਿਉਰਿਟੀ ਵਿਡਰਾਅ ਕਰ ਰਹੇ, ਔਰ ਹੋਇਆ ਕੀ? ਸੋ ਇਸ ਤਰ੍ਹਾਂ ਦੀਆਂ ਇਹ ਜਿਹੜੇ ਕਾਰਨ ਆ। ਫਿਰ ਗਲਤ ਫੈਸਲੇ, ਆ ਮੱਤੇਵਾੜਾ ਦੇ ਜੰਗਲ ਪਹਿਲਾਂ ਕਹਿੰਦੇ, ਪਹਿਲਾਂ ਵਿਰੋਧ ਕਰਦੇ ਸੀ ਤੇ ਬਾਅਦ ਚ ਆਪੇ ਕਹਿੰਦੇ ਨਹੀਂ ਜੀ ਉੱਥੇ ਅਸੀਂ ਜਿਹੜੀ ਇੰਡਸਟਰੀ ਉੱਥੇ ਬਣਾਵਾਂਗੇ, ਇੰਡਸਟਰੀਅਲ ਪਾਰਕ ਲੈ ਕੇ ਆਵਾਂਗੇ। ਸੋ ਇਹਨਾਂ ਦੇ ਗਲਤ ਫੈਸਲਿਆਂ ਦੇ ਜਿਹੜੇ ਲੋਕਾਂ ਨੇ ਮਹਿਜ਼ 100 ਦਿਨਾਂ ਦੇ ਵਿੱਚ ਇਹਨਾਂ ਨੂੰ ਦੱਸਤਾ, ਉੱਥੋਂ ਦੀਆਂ ਭੈਣਾਂ ਨੇ ਇਹਨਾਂ ਨੂੰ ਦੱਸਤਾ ਕਿ ਤੁਸੀਂ ਸਾਨੂੰ ਗਲਤ ਸਾਡੇ ਨਾਲ ਵਾਅਦੇ ਨਹੀਂ ਕਰ ਸਕਦੇ, ਤੁਸੀਂ 1000 ਰੁਪਇਆ ਮਹੀਨਾ ਕਿਹਾ ਸੀ ਔਰ ਇਹ ਵੀ ਕਿਹਾ ਸੀ ਕਿ ਬਣਦੇ ਸਾਰ ਦੇਵਾਂਗੇ, ਔਰ ਅੱਜ ਵੀ ਵਿਚਾਰੀਆਂ 5 ਮਹੀਨੇ ਹੋ ਗਏ, ਅੱਜ ਵੀ ਕਈ ਮਹਿਲਾਵਾਂ ਜਿਹੜੀਆਂ ਉਸ 1000 ਰੁਪਏ ਦੀ ਵੇਟ ਕਰਦੀਆਂ। ਸੋ ਇਹਨਾਂ ਦੇ ਗਲਤ ਫੈਸਲੇ 5 ਮਹੀਨੇ ਦੇ ਵਿੱਚ ਇਹਨਾਂ ਨੂੰ ਬਿਲਕੁਲ ਲੋਕਾਂ ਨੇ ਐਕਸਪੋਜ਼ ਕਰਤਾ। ਕੋਈ ਤੁਸੀਂ ਐਸੀ ਪਾਰਟੀ ਨਹੀਂ ਦੇਖੀ ਹੋਣੀ ਕਿ ਜਿਹਦਾ ਲੋਕਾਂ ਦੇ ਸਿਰ ਤੋਂ ਭੂਤ ਜਿਹੜਾ ਹੈ ਉਹ ਮਹਿਜ਼ 100 ਦਿਨ ਚ ਉਤਰ ਜਾਵੇ। ਸੋ ਮੈਂ ਸਮਝਦਾ ਕਿ ਜਿਹੜੀ ਸੰਗਰੂਰ ਦੀ ਜਿੱਤ ਆ ਉਹ ਇਹਨਾਂ ਦੇ ਲਈ ਬਹੁਤ ਵੱਡਾ ਇੱਕ ਥੋੜਾ ਜਿਹਾ ਫਿਰ ਦੁਬਾਰਾ ਆਪਾਂ ਤੁਹਾਡੀ ਆਪਣੀ ਪਾਰਟੀ ਵੱਲ ਆਈਏ। ਤੁਹਾਡੇ ਬਹੁਤ ਸਾਰੇ ਲੀਡਰ ਜਿਹੜੇ ਆ ਉਹ ਪਾਰਟੀ ਛੱਡ ਕੇ ਚਲੇ ਗਏ, ਕੋਈ ਬੀਜੇਪੀ ਚਲਾ ਗਿਆ, ਕੋਈ ਆਮ ਪਾਰਟੀ ਚਲਾ ਗਿਆ। ਕਾਫੀ ਜਿੱਤਾਂ ਜਦੋਂ ਦੇ ਇਲੈਕਸ਼ਨਾਂ ਹੋਈਆਂ ਉਸ ਤੋਂ ਬਾਅਦ ਕਾਫੀ ਤੋੜ ਵਿਛੋੜਾ ਹੋਇਆ, ਤੇ ਉਹਦੇ ਬਾਰੇ ਕੀ ਖਿਆਲ ਆ ਵੀ ਹੁਣ ਪਾਰਟੀ ਉਸੇ ਲੈਵਲ ਤੇ ਖੜੀ ਹੈ ਕਿ ਉਹਦਾ ਕੋਈ ਨੁਕਸਾਨ ਹੋ ਚੁੱਕਾ ਤੁਹਾਡੀ ਆਪਣੀ ਪਾਰਟੀ ਦਾ? ਦੇਖੋ ਰੰਧਾਵਾ ਸਾਹਿਬ, ਜਦੋਂ ਕੁਝ ਪਾਰਟੀਆਂ ਬੁਲੰਦੀਆਂ ਤੇ ਹੁੰਦੀਆਂ ਤਾਂ ਉਸ ਦੇ ਵਿੱਚ ਬਹੁਤ ਸਾਰੀਆਂ ਜੁਆਇਨਿੰਗਸ ਹੁੰਦੀਆਂ, ਬੜੇ ਲੋਕ ਆਉਂਦੇ ਨੇ, ਬੜੇ ਸਰੋਪੇ ਪੈਂਦੇ ਨੇ, ਤੇ ਜਦੋਂ ਕੋਈ ਪਾਰਟੀ ਬੈਡ ਸ਼ੇਪ 'ਚ ਹੁੰਦੀ ਹੈ ਤੇ ਫਿਰ ਅਜਿਹੀਆਂ ਜਿਹੜੀਆਂ ਤੁਸੀਂ ਦੱਸਿਆ ਘਟਨਾਵਾਂ ਜਿਹੜੀਆਂ ਉਹ ਕਾਮਨ ਨੇ। ਜਦੋਂ ਲੋਕਾਂ ਨੂੰ ਲੱਗਦਾ ਕਿ ਜੀ ਕਾਂਗਰਸ ਇਸ ਵਾਰੀ ਤਾਂ ਲੂਜ਼ ਕਰ ਗਈ, 18 ਸੀਟਾਂ ਆਣੀਆਂ ਤੇ ਜੀ ਅਸੀਂ ਤਾਂ ਹੁਣ ਤਾਂ ਫਿਊਚਰ ਨਹੀਂ ਜੀ ਅਸੀਂ ਜਾ ਰਹੇ। ਸੋ ਇਦਾਂ ਦੇ ਲੀਡਰ ਹਰ ਪਾਰਟੀ 'ਚ ਹਰ ਵੇਲੇ ਮਿਲਦੇ ਨੇ। ਸੋ ਇਹ ਤਾਂ ਅਪਸ ਐਂਡ ਡਾਊਨਸ ਹੈ। ਸੋ ਮੈਂ ਸਮਝਦਾ ਕਿ ਇੱਕ ਫੇਜ਼ ਆ, ਕਾਂਗਰਸ ਇੱਕ ਉਸ ਫੇਜ਼ ਦੇ ਵਿੱਚ ਜਾ ਰਹੀ ਹੈ ਜਦੋਂ ਅਸੀਂ ਬਿਲਕੁਲ ਥੱਲੇ ਜਾ ਰਹੇ ਹਾਂ, ਪਰ ਉਹ ਸਮਾਂ ਵੀ ਦੂਰ ਨਹੀਂ ਹੈ ਜਦੋਂ ਸਾਡੀ ਜਿਹੜੀ ਲੀਡਰਸ਼ਿਪ ਹੈ ਮੁੜ ਇਕੱਠੀ ਹੋਈ, ਕਿਉਂਕਿ ਸੰਗਠਨ ਸਾਡਾ ਅੱਜ ਵੀ ਮਜ਼ਬੂਤ ਆ। ਸਾਡੇ ਜਿਹੜੇ ਵੋਟਰ ਨੇ, ਸਪੋਰਟਰ ਨੇ, ਉਹ ਅੱਜ ਵੀ ਕਾਂਗਰਸ ਪਾਰਟੀ ਦੇ ਬਹੁਤ ਮਜ਼ਬੂਤ ਨੇ, ਔਰ ਉਹ ਦਿਨ ਦੂਰ ਨਹੀਂ ਜਦੋਂ ਦੁਬਾਰਾ ਫਿਰ ਪਾਰਟੀ ਮਜ਼ਬੂਤ ਹੋ ਕੇ ਜਿਹੜੀ ਹੈ ਦੁਬਾਰਾ ਫਿਰ ਸਰਕਾਰ ਅਸੀਂ ਕਾਇਮ ਕਰਾਂਗੇ। ਤੁਹਾਡੀ ਆਉਣ ਵਾਲੇ ਸਮੇਂ ਵਿੱਚ ਕੋਈ ਸਪੈਸ਼ਲ ਕੋਈ ਪਲਾਨ ਹੋਵੇ ਵੀ ਤੁਸੀਂ ਆਪਣੀ ਪਾਰਟੀ ਨੂੰ ਦੁਬਾਰਾ ਸੰਗਠਿਤ ਕਰਨ ਲਈ ਕੀ ਕਰ ਰਹੇ ਹੋ? ਨਹੀਂ, ਬਿਲਕੁਲ ਸਾਡੇ ਪਾਰਟੀ ਦਾ ਜਿਹੜਾ ਢਾਂਚਾ ਹੈ, ਪ੍ਰਧਾਨ ਜੀ ਸਾਡੇ ਰਾਜਾ ਵੜਿੰਗ ਜੀ ਨੌਜਵਾਨ ਲੀਡਰ ਨੇ, ਸੰਗਠਨ ਦਾ ਤਜਰਬਾ ਹੈ, ਔਰ ਸਾਡੇ LOP ਨੇ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਬਾਜਵਾ ਜੀ, ਇਹਨਾਂ ਦੋਨਾਂ ਦਾ ਜਿਹੜਾ ਤਜਰਬਾ ਹੈ ਤੇ ਪਾਰਟੀ ਦਾ ਸੰਗਠਨ ਅਸੀਂ ਮਜ਼ਬੂਤ ਕਰ ਰਹੇ ਹਾਂ। ਤੇ ਮੈਂ ਸਮਝਦਾ ਕਿ ਢਾਂਚਾ ਜਲਦੀ ਮਜ਼ਬੂਤ ਕਰਕੇ ਤੇ ਅਸੀਂ ਆਪਣਾ 2024 ਜਿਹੜੇ ਇਲੈਕਸ਼ਨ ਲੋਕ ਸਭਾ ਦੇ ਆ ਰਹੇ ਨੇ ਉਹਨਾਂ ਵੱਲ ਮਜ਼ਬੂਤੀ ਨਾਲ ਵਧਾਂਗੇ ਔਰ ਜਿੱਤਾਂਗੇ। ਤੁਹਾਨੂੰ ਤਸੱਲੀ ਹੈਗੀ ਆ, ਹਲੇ ਆਸ ਹੈ ਵੀ ਦੁਬਾਰਾ ਫੇਰ ਆ ਸਕਦੇ? ਮੈਨੂੰ ਆਸ ਹੈ ਨਹੀਂ, ਮੈਨੂੰ ਬਹੁਤ ਆਸ ਹੈ, ਪੂਰੀ ਉਮੀਦ ਹੈ, ਕਿਉਂਕਿ ਅੱਜ ਲੋਕ ਜਿਹੜੇ ਪੰਜਾਬ ਦੇ ਆ ਉਹ ਮਹਿਸੂਸ ਕਰ ਚੁੱਕੇ ਨੇ ਕਿ ਅਸੀਂ ਉਹਨਾਂ ਲੋਕਾਂ ਦੇ ਹੱਥ ਸਰਕਾਰ ਦੇ ਦਿੱਤੀ ਹੈ ਕਿ ਜਿਨ੍ਹਾਂ ਨੂੰ ਪਤਾ ਹੀ ਕੁਛ ਨਹੀਂ, ਜਿਹੜੇ ਇਨਐਕਸਪੀਰੀਅੰਸ ਨੇ, ਜਿਹੜੇ ਇੰਨੇ ਕੁ ਯੂ ਟਰਨ ਲੈਂਦੇ ਨੇ। ਪਹਿਲਾਂ ਉਹ ਵਿਚਾਰੇ ਜਿਹੜੇ ਰੇਹੜੀਆਂ ਵਾਲੇ ਸੀ, ਪਹਿਲਾਂ ਉਹਨਾਂ ਨੂੰ ਕਹਿ ਦਿੱਤਾ ਵੀ ਜੀ ਤੁਹਾਡੀਆਂ ਰੇਹੜੀਆਂ ਬੰਦ ਕਰ ਦੇਣੀਆਂ, ਦੁਬਾਰਾ ਫਿਰ ਆਰਡਰ ਲਾਤਾ। ਸੋ ਇੰਨੇ ਯੂ ਟਰਨ ਜਿਹੜੇ ਹੁੰਦੇ ਆ ਚਾਹੇ AG ਦਾ ਮਸਲਾ ਹੋਵੇ ਜਾਂ ਹੋਰ ਜਿੰਨੇ ਵੀ ਮਸਲੇ ਪੰਜਾਬ ਦੇ ਹੋਰ ਮਸਲੇ ਹੋਣ, ਲੋਕਾਂ ਨੇ ਮਹਿਸੂਸ ਕਰ ਲਿਆ। ਤੁਸੀਂ ਆ ਪਿੱਛੇ ਹੀ ਦੇਖਿਆ ਹੋਣਾ ਕਿ ਮਹਿਜ਼ 2 ਦਿਨ ਦੀ ਗੱਲ ਹੈ, ਸਾਡੇ ਡਾਕਟਰ ਰਾਜ ਬਹਾਦਰ ਜੀ ਜਿਹੜੇ ਵਾਈਸ ਚਾਂਸਲਰ ਨੇ ਬਾਬਾ ਫਰੀਦ ਯੂਨੀਵਰਸਿਟੀ ਦੇ, ਜੋ ਉਹਨਾਂ ਦੇ ਨਾਲ ਵਤੀਰਾ ਜਿਹੜਾ ਮੰਤਰੀ ਵੱਲੋਂ ਕੀਤਾ ਗਿਆ ਉਹ ਬਹੁਤ ਹੀ ਮੰਦਭਾਗਾ ਹੈ। ਸੋ ਜੇਕਰ ਤਜਰਬੇ, ਕਿਉਂਕਿ ਇਹ ਕਾਰਨ ਇਹ ਨਹੀਂ ਹੈ, ਕਾਰਨ ਇਹੀ ਹੈ ਕਿ ਇਹਨਾਂ ਦੇ ਤਜਰਬੇ ਜਿਹੜੇ ਨੇ ਜਾਂ ਇਹ ਪਤਾ ਨਹੀਂ ਕੀ ਕਰਨਾ ਚਾਹੁੰਦੇ ਆ ਸ਼ਾਇਦ, ਕਿਉਂਕਿ ਮੈਂ ਤਾਂ ਸਮਝਦਾ ਨਹੀਂ ਕਿ ਜੇਕਰ ਵਧੀਆ ਕੰਮ ਕਰਨਾ ਤਾਂ ਸਾਨੂੰ ਰੇਡ ਕਰਨ ਦੀ ਜ਼ਰੂਰਤ ਹੈ। ਇਹਨਾਂ ਨੇ ਇੱਕ ਰੇਡ ਰਾਜ ਦੀ ਸ਼ੁਰੂ ਕੀਤੀ ਹੈ, ਲੋਕਾਂ ਨੂੰ ਡਰਾਉਣਾ ਸ਼ੁਰੂ ਕੀਤਾ। ਉਹਦੇ VC ਸਾਹਿਬ ਇੰਨੇ ਵਧੀਆ ਨੇ ਕਿ ਉਹਨਾਂ ਨੇ ਕੋਵਿਡ 'ਚ ਵੀ ਇੰਨਾ ਵਧੀਆ ਕੰਮ ਕੀਤਾ, ਵੈਸੇ ਵੀ ਉਹਨਾਂ ਨੇ ਯੂਨੀਵਰਸਿਟੀ ਨੂੰ ਵੀ ਹਮੇਸ਼ਾ ਪ੍ਰੋਫਿਟ ਦੇ ਵਿੱਚ ਹੀ ਰੱਖਿਆ, ਔਰ ਅੱਛੀ ਜਿਹੜਾ ਸਾਡਾ ਵਿਦਿਅਕ ਲੈਵਲ ਹੈ, ਮੈਡੀਕਲ ਵਿਦਿਅਕ ਲੈਵਲ ਹੈ, ਉਹ ਬਹੁਤ ਅੱਛਾ ਹੋਇਆ। ਸੋ ਅਜਿਹੇ ਲੋਕਾਂ ਦੇ ਨਾਲ ਜੇਕਰ ਇਸ ਤਰ੍ਹਾਂ ਦੇ ਵਤੀਰੇ ਕੀਤੇ ਜਾਣਗੇ ਤੇ ਮੈਂ ਤਾਂ ਸਮਝਦਾ ਨਹੀਂ ਨਾ ਐਜੂਕੇਸ਼ਨ 'ਚ ਵਧੀਆ ਹੋ ਸਕਦਾ, ਨਾ ਹੈਲਥ ਵਿੱਚ ਵਧੀਆ ਹੋ ਸਕਦਾ। ਸੋ ਇਹਨਾਂ ਨੂੰ ਸਮਝਣ ਦੀ ਜ਼ਰੂਰਤ ਹੈ, ਤੇ ਮੈਂ ਤਾਂ ਇਹ ਜ਼ਰੂਰ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਸਿਹਤ ਮੰਤਰੀ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ। ਜੀ ਬਹੁਤ ਅੱਛੇ, ਬੜੇ ਵਧੀਆ, ਤੁਸੀਂ ਬੜੇ ਵਡਮੁੱਲੇ ਵਿਚਾਰ ਆਪਣੇ ਅੱਜ ਸਾਡੇ ਪੰਜਾਬ ਮੇਲ ਸਟੂਡੀਓ ਵਿੱਚ ਸਾਡੇ ਨਾਲ ਸਾਂਝੇ ਕਰਕੇ ਜਾ ਰਹੇ ਹੋ। ਰਾਜ ਕੁਮਾਰ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਕੈਲੀਫੋਰਨੀਆ ਦੇ ਦੌਰੇ ਤੇ ਆਏ ਤੇ ਪੰਜਾਬ ਮੇਲ ਦੇ ਦਫ਼ਤਰ ਆਏ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਵੈਰੀ ਮਚ।